USA TV मैं हाँ संजीव यश खन्ना थोड़ा साਰਿਆਂ ਦਾ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਪੰਜਾਬ ਚਰਚਾ। ਸੋ ਪੰਜਾਬ ਚਰਚਾ ਦੇ ਵਿੱਚ ਜ਼ਾਹਿਰ ਹੈ ਨਾਮ ਤੋਂ ਹੀ ਸਭ ਕੁਝ ਕਲੀਅਰ ਹੋ ਜਾਂਦਾ ਕਿ ਅਸੀਂ ਪੰਜਾਬ ਦੀ ਗੱਲ ਕਰਨ ਵਾਲੇ ਹਾਂ ਤੇ ਉਹਨਾਂ ਸਾਰੇ ਪੁਆਇੰਟ ਆਫ ਵਿਊਜ਼ ਨੂੰ ਵੀ ਲਵਾਂਗੇ ਜਿਹੜੇ ਪੰਜਾਬ ਦੇ ਨਾਲ ਰਿਲੇਟਡ ਨੇ ਪੂਰੀ ਦੁਨੀਆ ਦੇ ਵਿੱਚ ਜੋ ਵੱਖਰੀਆਂ ਘਟਨਾਵਾਂ ਚੱਲਦੀਆਂ ਪਈਆਂ ਨੇ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸਨ 1929 ਤੋਂ ਲੈ ਕੇ ਜੇ ਹੁਣ ਤੱਕ ਆਪਾਂ ਆਈਏ ਤਾਂ ਵੱਖ-ਵੱਖ ਸਮਿਆਂ ਦੇ ਵਿੱਚ ਮਹਿੰਗਾਈ ਨੇ ਵੱਖ-ਵੱਖ ਪੜਾਅ ਦੇਖੇ ਨੇ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਮੰਦੀ ਆਈ, ਉਸ ਦਾ ਵੀ ਅਸੀਂ ਪੜਾਅ ਦੇਖਿਆ। ਫਿਰ ਦੂਸਰਾ ਵਿਸ਼ਵ ਯੁੱਧ ਦੇਖਿਆ, ਫਿਰ ਵੱਖ-ਵੱਖ ਘਟਨਾਵਾਂ ਹੋਈਆਂ। ਸਾਡੇ ਭਾਰਤ ਦੀ ਆਜ਼ਾਦੀ ਦੀ ਗੱਲ ਅਸੀਂ ਕਰਦੇ ਹਾਂ, ਉਦੋਂ ਵੀ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਸੀ ਸਾਡੀ ਵਿਵਸਥਾ ਇਕੋਨਮੀ ਦੀ। ਉਸ ਵਕਤ ਅਮਰੀਕਨ ਡਾਲਰ ਤੇ ਭਾਰਤ ਦਾ ਰੁਪਈਆ ਦੋਵੇਂ ਬਰਾਬਰ ਸੀ। ਅੱਜ 82 ਰੁਪਏ ਤੱਕ ਜਾ ਚੁੱਕਾ ਹੈ $1। ਸੋ ਇੱਥੇ ਤੱਕ ਅਸੀਂ ਇਹ ਵਕਤ ਦੇਖਦੇ ਪਏ ਹਾਂ। ਕਿਤੇ ਨਾ ਕਿਤੇ ਇਹ ਮਾਰ ਤਾਂ ਹੁੰਦੀ ਜਿਹੜਾ ਅਸੀਂ ਕਹਿੰਦੇ ਹਾਂ ਕਿ ਮਿਡਲ ਕਲਾਸ ਹੈ ਉਹਦੇ ਉੱਤੇ ਹੀ ਇਹ ਸਾਰੀ ਮਾਰ ਪੈਂਦੀ ਹੈ। ਪਰ ਉੱਪਰ ਵਾਲੀ ਕਲਾਸ ਜਿਹੜੀ ਹੈ ਹਮੇਸ਼ਾ ਇੰਜੋਏ ਕਰਦੀ ਕਿਉਂਕਿ ਉਹਨਾਂ ਕੋਲ ਬਹੁਤ ਸਾਰੇ ਸਾਧਨ ਹੁੰਦੇ ਨੇ ਆਪਣੇ ਸਾਰੇ ਪ੍ਰਬੰਧ ਕਰਨ ਦੇ ਲਈ। ਇੱਕ ਪਾਸੇ ਮਹਿੰਗਾਈ ਹੈ, ਦੂਸਰੇ ਪਾਸੇ ਯੁੱਧ ਛਿੜੇ ਹੋਏ ਨੇ ਔਰ ਜਿਹੜੀਆਂ ਕੰਪਨੀਆਂ ਹਥਿਆਰ ਬਣਾਉਂਦੀਆਂ ਨੇ ਉਹ ਬਹੁਤ ਅਮੀਰ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਯੁੱਧ ਲਗਾਤਾਰ ਚੱਲ ਰਹੇ ਨੇ। ਯੂਕਰੇਨ ਤੇ ਰਸ਼ੀਆ ਦੇ ਯੁੱਧ ਦੀ ਗੱਲ ਕਰਦੇ ਹਾਂ ਆਪਾਂ ਤਾਂ ਜਿਹੜੀਆਂ ਕੰਪਨੀਆਂ ਯੂਕਰੇਨ ਨੂੰ ਹਥਿਆਰ ਸਪਲਾਈ ਕਰਦੀਆਂ ਪਈਆਂ ਨੇ ਨੈਚੁਰਲੀ ਉਹ ਵੀ ਰਿਚ ਹੁੰਦੀਆਂ ਪਈਆਂ ਨੇ। ਔਰ ਦੂਸਰੇ ਪਾਸੇ ਇਹ ਵੀ ਗੱਲ ਹੋ ਰਹੀ ਆ ਕਿ ਨਾਟੋ ਬਹੁਤ ਦੇਰ ਪਹਿਲਾਂ ਤੋਂ ਹੀ ਇਹ ਤਿਆਰੀ ਕਰਦਾ ਪਿਆ ਸੀ ਕਿਉਂਕਿ ਉਸ ਦਾ ਇਹ ਪੂਰਾ ਜ਼ੋਰ ਲੱਗਾ ਹੋਇਆ ਕਿ ਰਸ਼ੀਆ ਨੂੰ ਕਿੱਦਾਂ ਕਮਜ਼ੋਰ ਕਰਨਾ ਹੈ ਸੈਨਿਕ ਪੱਖੋਂ ਵੀ ਤੇ ਇਕੋਨਮੀ ਪੱਖੋਂ ਵੀ ਤਾਂ ਕਿ ਸਾਡੇ ਕਾਬੂ ਵਿੱਚ ਆ ਜਾਵੇ। ਤੇ ਇੱਧਰੋਂ ਰਸ਼ੀਆ ਦਾ ਤੇ ਚਾਈਨਾ ਦਾ ਬਹੁਤ ਜ਼ਿਆਦਾ ਸੰਬੰਧ ਨੇੜੇ ਦਾ ਬਣ ਗਿਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਦੂਜੇ ਦੇ ਸਹਾਇਕ ਸਿੱਧ ਹੋਏ ਨੇ। ਸੋ ਇਹ तमाम ਗੱਲਾਂ ਨੇ ਪਰ ਮਾਰ ਮਹਿੰਗਾਈ ਦੀ ਆਮ ਲੋਕਾਂ ਤੱਕ ਪਹੁੰਚ ਚੁੱਕੀ ਹੈ ਔਰ ਬੜੀ ਬੁਰੀ ਤਰ੍ਹਾਂ ਪਹੁੰਚੀ ਹੈ। ਪਿਛਲੇ 1.5-2 ਸਾਲ ਤੋਂ ਵਾਇਰਸ 19 ਤੋਂ ਬਾਅਦ ਤਾਂ ਬਹੁਤ ਜ਼ਿਆਦਾ ਹੋ ਗਈ। ਸੋ ਇਸ ਸਾਰੀਆਂ ਗੱਲਾਂ ਬਾਰੇ तमाम ਝਾਤ ਮਾਰ ਕੇ ਵੇਖਦੇ ਹਾਂ। ਸਟੂਡੀਓਜ਼ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਪਿਆਰੇ ਲਾਲ ਗਰਗ ਜੀ ਜੋ ਕਿ ਜਾਣੇ ਮਾਣੇ ਚਲੰਤ ਮਾਮਲਿਆਂ ਦੇ ਮਾਹਿਰ ਨੇ। ਬਹੁਤ ਬਹੁਤ ਸਵਾਗਤ ਕਰਦੇ ਹਾਂ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ। ਜੀ ਬਹੁਤ ਬਹੁਤ। ਸੋ ਗੱਲ ਹਮੇਸ਼ਾ ਹੀ ਆਉਂਦੀ ਹੈ ਗਰਗ ਸਰ ਕਿ ਆਮ ਲੋਕ ਹਮੇਸ਼ਾ ਮਾਰੇ ਜਾਂਦੇ ਨੇ, ਮਿਡਲ ਕਲਾਸ ਹਮੇਸ਼ਾ ਮਾਰੀ ਜਾਂਦੀ ਹੈ। ਇਹ ਗੱਲ ਕੀ ਹੈ ਵੈਸੇ ਮਿਡਲ ਕਲਾਸ ਹੀ ਕਿਉਂ ਅਸੀਂ ਕਹਿੰਦੇ ਹਾਂ ਮਾਰੀ ਜਾਂਦੀ, ਬਾਕੀਆਂ ਦੇ ਕੋਈ ਅਸਰ ਨਹੀਂ ਹੁੰਦਾ? ਜਿਹੜੇ ਗਰੀਬ ਤਬਕਾ ਹੈ ਜਾਂ ਅਮੀਰ ਤਬਕਾ ਹੈ ਉਹ ਬਚੇ ਰਹਿੰਦੇ ਨੇ। ਕਹਿੰਦੇ ਨੇ ਕਿ ਜਦੋਂ ਹਵਾ ਚੱਲਦੀ ਹੈ ਉਹਦਾ ਸਭ ਨੂੰ ਲੱਗਦੀ ਹੈ ਭਾਵੇਂ ਕੀੜੀ ਹੋਵੇ ਤੇ ਭਾਵੇਂ ਹਾਥੀ ਹੋਵੇ ਤੇ ਫਿਰ ਇਹ ਮਹਿੰਗਾਈ ਦੀ ਮਾਰ ਸਿਰਫ ਮਿਡਲ ਕਲਾਸ ਤੇ ਕਿਉਂ? ਦੇਖੋ ਗੱਲ ਇਹ ਹੈ ਜਿਵੇਂ ਤੁਸੀਂ ਹਵਾ ਦੀ ਉਦਾਹਰਨ ਦਿੱਤੀ ਹੈ, ਹਵਾ ਦੇ ਵਿੱਚ ਜਿਹੜਾ ਪਹਾੜ ਹੁੰਦੇ ਨੇ, ਜਿਹੜੇ ਬਹੁਤ ਵੱਡੇ ਦਰਖਤ ਹੁੰਦੇ ਨੇ ਉਹਨਾਂ ਨੂੰ ਕੁਝ ਨਹੀਂ ਹੁੰਦਾ, ਉਹ ਨਹੀਂ ਗਿਰਦੇ, ਉਹ ਹਜ਼ਾਰਾਂ ਸਾਲ ਵੀ ਖੜੇ ਰਹਿੰਦੇ ਨੇ। ਪਰ ਜਿਹੜੇ ਵਿੱਚ ਵਿਚਾਲੇ ਹੁੰਦੇ ਨੇ ਔਰ ਛੋਟੇ ਹੁੰਦੇ ਨੇ ਉਹ ਤਾਂ ਬਿਲਕੁਲ ਹੀ ਮਾਰੇ ਜਾਂਦੇ ਨੇ। ਕਈ ਵਾਰੀ ਛੋਟੇ ਕਿਉਂਕਿ ਜ਼ਿਆਦਾ ਝੁਕ ਜਾਂਦੇ ਨੇ, ਉਹ ਬੜੀ ਘੱਟ ਉਸ ਦੇ ਵਿੱਚ ਲੱਗਦੇ ਨੇ। ਇਸ ਕਰਕੇ ਸਾਨੂੰ ਲੱਗਦਾ ਹੈ ਮਿਡਲ ਕਲਾਸ ਕਿਉਂਕਿ ਦਰਮਿਆਨਾ ਤਬਕਾ ਜਿਹੜਾ ਉਹ ਲੋਕਾਂ ਦੀ ਰਾਇਆਮਾ ਬਣਾਉਣ ਵਾਲਾ ਵੀ ਹੁੰਦਾ ਹੈ, ਜ਼ਿਆਦਾ ਚੇਤਨ ਵੀ ਹੁੰਦਾ ਹੈ। ਉਹਦੇ ਕੋਲ ਕੁਝ ਸਾਧਨ ਇੰਨੇ ਕੁ ਹੁੰਦੇ ਨੇ ਵੀ ਜੇ ਉਹਨਾਂ ਸਾਧਨਾਂ 'ਤੇ ਕੋਈ ਦਬਾਅ ਨਾ ਪਵੇ ਤਾਂ ਉਹਦੀ ਆਪਦੀ ਚੰਗੀ ਗੁਜ਼ਰ ਬਸਰ ਕਰ ਸਕਦਾ ਹੈ। ਤੇ ਜਦ ਉਹਦੀ ਗੁਜ਼ਰ ਬਸਰ ਤੇ ਸੱਟ ਵੱਜਦੀ ਹੈ ਤਾਂ ਉਹਨੂੰ ਜ਼ਿਆਦਾ ਮਹਿਸੂਸ ਹੁੰਦਾ ਹੈ। ਉਹ ਜ਼ਿਆਦਾ ਮੁਖਰ ਆਵਾਜ਼ ਦੇ ਵਿੱਚ ਬੋਲਦਾ ਹੈ, ਮੁਖਰ ਹੁੰਦਾ ਹੈ ਉਹ। ਪਰ ਇਹ ਨਹੀਂ ਹੈ ਕਿ ਗਰੀਬ ਦੇ ਉੱਤੇ ਮਾਰ ਨਹੀਂ ਪੈ ਰਹੀ। ਜਿਹਨੂੰ ਹੁਣ ਆਟਾ ਦਾਲ ਤਕਰੀਬਨ 80 ਕਰੋੜ ਲੋਕਾਂ ਨੂੰ ਭਾਰਤ 'ਚ ਦਿੱਤੀ ਜਾ ਰਹੀ ਹੈ, ਜੇ 80 ਕਰੋੜ ਲੋਕਾਂ ਨੂੰ ਆਟਾ ਦਾਲ ਹੀ ਦੇਣੀ ਪੈ ਰਹੀ ਹੈ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਇਕੱਲੇ ਆਟੇ ਦਾਲ ਨਾਲ ਤਾਂ ਸਰਦਾ ਨਹੀਂ ਹੈ। ਬਾਕੀ ਚੀਜ਼ਾਂ ਵੀ ਉਹਨਾਂ ਨੇ ਖਰੀਦੀਆਂ, ਹਰ ਇੱਕ ਚੀਜ਼ ਦੀ ਮਹਿੰਗਾਈ ਹੈ। ਹੁਣ ਸਾਨੂੰ ਲੱਗੇਗਾ ਪੈਟਰੋਲ ਡੀਜ਼ਲ ਗੈਸ ਜੇ ਅਸੀਂ ਦੇਖੀਏ ਐਨਰਜੀ ਕ੍ਰਾਈਸਿਸ, ਕਿਉਂਕਿ ਐਨਰਜੀ ਦਾ ਸੰਕਟ ਊਰਜਾ ਦਾ ਪੂਰੀ ਦੁਨੀਆ ਚੱਲ ਪਿਆ ਹੁਣ। ਤੇ ਮੈਂ ਇਹ ਮਾਰ ਤੋਂ ਪਹਿਲਾਂ ਇਹ ਗੱਲ ਇੱਕ ਕਹਿਣੀ ਚਾਹਾਂਗਾ ਆਪਣੇ ਦਰਸ਼ਕਾਂ ਨੂੰ ਵੀ ਇਟਲੀ ਨੇ ਨਾਟੋ ਦੇ ਵਿੱਚ ਜਿਵੇਂ ਤੁਸੀਂ ਗੱਲ ਕਰੀ ਹੈ ਉਹਨਾਂ ਦਾ ਇੱਕ ਕਿਸਮ ਦਾ ਬਹਿਸ਼ਕਾਰ ਕਰਕੇ ਜਾਂ ਅਮਰੀਕਾ ਨੂੰ ਸਿੱਧਾ ਕਹਿ ਕੇ ਵੀ ਨਹੀਂ ਅਸੀਂ ਨਹੀਂ ਥੋੜ੍ਹੀਆਂ ਇਹ ਪਾਬੰਦੀਆਂ ਮੰਨਦੇ, ਉਹਨੇ ਜਿਹੜੀ ਹੈ ਗੈਸ ਇੰਪੋਰਟ ਕਰਨੀ ਸ਼ੁਰੂ ਕਰਤੀ ਹੈ। ਜੀ। ਤੇ ਇਸੇ ਤਰ੍ਹਾਂ ਹੀ ਫਰਾਂਸ ਨੇ ਕਹਿਤਾ ਕਿ ਰਾਤ ਨੂੰ ਊਰਜਾ ਦਾ ਸੰਕਟ ਇੰਨਾ ਹੋ ਗਿਆ ਕਿ ਰਾਤ ਨੂੰ ਜਿਹੜੀਆਂ ਗਲੀਆਂ 'ਚ ਸਟਰੀਟ ਲਾਈਟਸ ਨੇ, ਜਿਹੜੀਆਂ ਸੜਕਾਂ ਤੇ ਗਲੀਆਂ ਤੇ, ਉਹ ਬੰਦ ਕਰ ਦਿਆ ਕਰੋ। ਨਾਲ ਹੀ ਕਹਿਤਾ ਜਿਹੜਾ ਸਾਈਨ ਬੋਰਡ ਨੇ ਜਿਨ੍ਹਾਂ 'ਚ ਰਾਤ ਨੂੰ ਚਮਕਦੇ ਨੇ ਫਲੋਰਸਿਨ ਸਾਈਨ ਬੋਰਡ, ਇਹ ਸਾਰੇ ਬੰਦ ਰੱਖਿਆ ਕਰੋ ਕਿਉਂਕਿ ਊਰਜਾ ਦਾ ਸੰਕਟ ਬਹੁਤ ਹੋ ਗਿਆ। ਸੋ ਇਹ ਜਿਹੜੇ ਸੰਕਟ ਹੈ ਇਹ ਸੰਕਟ ਪੂਰੇ ਮੁਲਕ ਨੂੰ, ਔਰ ਜਿਹੜਾ ਇੰਗਲੈਂਡ ਹੈ ਜਿਹਨੇ 7 ਸਮੁੰਦਰਾਂ ਤੇ ਰਾਜ ਸੀ ਉਹਦਾ ਤਾਂ ਅਰਥਚਾਰੇ ਹਿੱਲਿਆ ਪਿਆ, ਬਿਲਕੁਲ ਚੂੜਾਂ ਹਿੱਲ ਗਈਆਂ ਉਹਦੀਆਂ। ਜਰਮਨੀ ਦਾ ਵੀ ਬੁਰਾ ਹਾਲ ਹੀ ਹੈ। ਸੋ ਅਮਰੀਕਾ ਦੇ ਵਿੱਚ ਵੀ ਉੱਤੋਂ ਦੇਖਣ ਨੂੰ ਬੜਾ ਠੀਕ ਲੱਗਦਾ ਹੈ ਤੇ ਅੰਦਰੋਂ ਉਹਦਾ ਵੀ ਹਾਲ ਮਾੜਾ ਹੈ, ਉਹਦੇ ਅਰਥਚਾਰੇ ਦਾ ਵੀ। ਇਹ ਗੱਲਾਂ ਸਾਰੀਆਂ ਸਾਨੂੰ
ਸਮਝੇ ਉਹਦਾ ਫਿਰ ਪ੍ਰਭਾਵ ਸਾਰੀ ਦੁਨੀਆ 'ਚ ਪੈਂਦਾ। ਜਿਵੇਂ ਤੁਸੀਂ 1929 ਦੀ ਗੱਲ ਕਰ ਰਹੇ ਸੀ, ਉਦੋਂ ਪਹਿਲਾ ਗ੍ਰੇਟ ਡਿਪਰੈਸ਼ਨ ਕਹਿੰਦੇ ਸੀ ਉਹਨੂੰ, ਜੀ ਪਹਿਲੀ ਮੰਦੀ ਆਈ ਸੀ। ਉਦੋਂ ਬਾਅਦ ਮੰਦਵਾੜਾ 70-72 ਤੋਂ ਲੈ ਕੇ ਲਗਾਤਾਰ ਹੀ ਰਿਹਾ, ਪਰ ਹਾਂਜੀ ਉਹਦੇ ਵਿੱਚੋਂ ਕਿਸੇ ਨਾ ਕਿਸੇ ਤਰ੍ਹਾਂ ਕੋਈ ਵਿੱਚ ਵਿਚਾਲਾ ਕਰਦੇ ਰਹੇ। 2008 'ਚ ਆ ਕੇ ਬੇਈਮਾਨ ਭਰਾਵਾਂ ਵਾਲਾ ਜਿਹੜਾ ਕੰਮ ਹੋਇਆ, ਉਹਦੇ ਨਾਲ ਇੱਕ ਲਖਤ ਮੰਦਵਾੜਾ ਇਹਦਾ ਸਾਹਮਣੇ ਦਿਖਣ ਲੱਗ ਗਿਆ, ਪਰ ਉਹ ਸੀਗਾ ਵੀ ਥੋੜ੍ਹ ਚਿੜਾ ਸੀ, ਜੀ ਉਹ 'ਚੋਂ ਸੰਭਲ ਗਏ। ਹੁਣ ਵਾਲੇ ਮੰਦਵਾੜੇ 'ਚੋਂ ਇਹ ਸੰਭਲ ਨਹੀਂ ਰਹੇ ਪੂਰੀ ਦੁਨੀਆ। ਉਹਦੇ ਵਿੱਚ ਵੱਡੀ ਕਰੋਨਾ ਦੀ ਮਾਰ ਜਿਵੇਂ ਤੁਸੀਂ ਕਿਹਾ ਪੈ ਗਈ। ਹੁਣ ਉਹਦੇ ਨਾਲ ਇਹ ਹੋਇਆ ਕਿ ਹਰ ਚੀਜ਼, ਕਿਉਂਕਿ ਮੰਦੀ ਹੋ ਗਈ। ਮੰਦੀ ਹੋਣ ਨਾਲ ਕੀ ਹੋਇਆ, ਮੰਦੀ ਇਸ ਕਰਕੇ ਨਹੀਂ ਹੋਈ ਕਿ ਸਾਤੋਂ ਸਮਾਨ ਪੈਦਾ ਨਹੀਂ ਹੋ ਰਿਹਾ, ਮੰਦੀ ਇਸ ਕਰਕੇ ਹੋਈ ਹੈ ਕਿ ਸਮਾਨ ਵਾਪਰ ਪਿਆ, ਵਿਕ ਨਹੀਂ ਰਿਹਾ। ਦੋ ਤਰ੍ਹਾਂ ਜੀ ਦੀ ਮੰਦੀ ਹੁੰਦੀ ਹੈ। ਕਈ ਵਾਰੀ ਪ੍ਰੋਡਕਸ਼ਨ ਬੰਦ ਹੋ ਜਾਂਦੀ ਹੈ। ਕਰੋਨਾ 'ਚ ਪ੍ਰੋਡਕਸ਼ਨ ਬੰਦ ਹੋਈ ਸੀ, ਪਰ ਹੁਣ ਤਾਂ ਪ੍ਰੋਡਕਸ਼ਨ ਹੋਣ ਦੇ ਬਾਵਜੂਦ ਮਾਲ ਨਹੀਂ ਵਿਕ ਰਿਹਾ। ਜਦ ਜੀ ਮਾਲ ਵਿਕ ਨਹੀਂ ਰਿਹਾ ਤੇ ਫਿਰ ਉਹ ਛਾਂਟੀ ਕਰਨਗੇ, ਮਜ਼ਦੂਰਾਂ ਨੂੰ ਹਟਾਉਣਗੇ। ਕਾਰਖਾਨਾ ਘੱਟ ਸਮਾਂ ਚਲਾਉਣਗੇ, ਜੀ 24 ਘੰਟੇ ਚਲਾਉਣ ਸੀ 16 ਘੰਟੇ ਚਲਾਉਣਗੇ, 16 ਘੰਟੇ ਚਲਾਉਣ ਸੀ 8 ਘੰਟੇ ਚਲਾਉਣਗੇ, ਇੱਕ ਸ਼ਿਫਟ ਚਲਾਉਣਗੇ। ਤੇ ਜਿਹੜੇ ਬਿਲਕੁਲ ਹੀ ਨਹੀਂ ਚੱਲ ਸਕਦੇ ਮਾਲ, ਕਾਰਖਾਨੇ ਬੰਦ ਹੋ ਜਾਣਗੇ। ਸੋ ਜਿੰਨੇ ਮਜ਼ਦੂਰਾਂ ਨਾਲ ਚਲਾਉਂਦੇ ਸੀ ਉਹ ਦੋ ਘੱਟ ਚਲਾਉਣਗੇ, ਵੇਜਸ ਦੇ ਉੱਤੇ ਕੱਟ ਲਾਉਣਗੇ, ਮਜ਼ਦੂਰੀ ਤੇ ਪਗਾਰ ਦੇ ਉੱਤੇ ਕੱਟ ਲੱਗੇਗਾ। ਸੋ ਇਹਦਾ ਨਤੀਜਾ ਕੀ ਨਿਕਲੇਗਾ? ਇਹਦਾ ਨਤੀਜਾ ਇਹ ਨਿਕਲੇਗਾ ਕਿ ਜਿਹੜੇ ਲੋਕਾਂ ਕੋਲੇ ਪੈਸੇ ਸੀਗੇ, ਜਿਨ੍ਹਾਂ ਨਾਲ ਉਹਨਾਂ ਨੇ ਸਮਾਨ ਖਰੀਦਣਾ ਸੀ, ਉਹ ਹੋਰ ਸੀਮਤ ਹੋ ਗਏ। ਹੁਣ ਅਸੀਂ ਇਕੱਲੀ ਮਿਡਲ ਕਲਾਸ ਦੀ ਗੱਲ ਜਦ ਕਰਦੇ ਹਾਂ, ਉਦੋਂ ਅੱਗੇ ਅਸੀਂ ਜਦ ਗਰੀਬ ਤਬਕੇ ਨੂੰ ਦੇਖਦੇ ਹਾਂ, ਉਹਦੀ ਬਹੁਤ ਵੱਡੀ ਗਿਣਤੀ ਹੈ ਸਾਰੀ ਦੁਨੀਆ 'ਚ। ਔਰ ਤੀਜੀ ਦੁਨੀਆ ਦੇ ਦੇਸ਼ਾਂ 'ਚ ਤਾਂ ਬਹੁਤਾ ਗਰੀਬ ਤਬਕਾ ਹੀ ਹੈ। ਆਪਣੀ ਮਿਡਲ ਕਲਾਸ ਜਿਹੜੇ ਪੱਛਮੀ ਦੇਸ਼ ਨੇ ਉਹਨਾਂ ਦੇ ਗਰੀਬਾਂ ਦੇ ਬਰਾਬਰ ਹੀ ਹੈ ਤਕਰੀਬਨ, ਲੋਅਰ ਮਿਡਲ ਕਲਾਸ ਤਾਂ। ਜੀ ਸੋ ਇਸ ਕਰਕੇ ਉਹ ਜਿਹੜੀ ਮੰਦੀ, ਜਿਨ੍ਹਾਂ ਨੇ ਜ਼ਿਆਦਾ ਮਾਲ ਖਰੀਦਣਾ ਹੁੰਦਾ ਹੈ, ਮਾਰ ਉਹਨਾਂ ਕਰਕੇ ਜ਼ਿਆਦਾ ਮੰਦੀ ਦੀ ਪੈਂਦੀ ਹੈ, ਕਿਉਂਕਿ ਉਹਨਾਂ ਕੋਲ ਪੈਸੇ ਹੀ ਨਹੀਂ ਹੈ। ਜੀ ਉਹਦੇ ਉਲਟ ਜਿਹੜੀਆਂ ਸਰਕਾਰਾਂ ਨੇ, ਜਿਹੜੀਆਂ ਨੀਤੀਆਂ ਲੈ ਕੇ ਆ ਰਹੀਆਂ ਨੇ, ਉਹ ਵੀ ਉਸ ਨੂੰ ਸਹਾਈ ਨਹੀਂ ਹੁੰਦੀਆਂ। ਕਰੋਨਾ ਦੇ ਦੌਰਾਨ 20 ਲੱਖ ਕਰੋੜ ਰੁਪਇਆ ਭਾਰਤ ਸਰਕਾਰ ਨੇ ਦਿੱਤਾ ਕਰੋਨਾ ਚੋਂ ਨਿਕਲਣ ਵਾਸਤੇ, ਜੀ ਮੰਦੀ ਨੂੰ ਜੀ ਖਤਮ ਕਰਨ ਵਾਸਤੇ। ਹੁਣ ਉਹ 20 ਲੱਖ ਕਰੋੜ ਦਿੱਤਾ ਕਿਹਨੂੰ? ਦਿੱਤਾ ਉਹ ਵੱਡੇ ਇੰਡਸਟਰੀਲਿਸਟਾਂ ਨੂੰ। ਉਹਨਾਂ ਕੋਲ ਤਾਂ ਮਾਲ ਪਹਿਲਾਂ ਹੀ ਵਾਪਰ ਪਿਆ ਸੀ। ਗਰੀਬ ਆਦਮੀ ਜਿਹਦੀ ਰੋਜੀ ਰੋਟੀ ਬੰਦ ਹੋ ਗਈ ਸੀ, ਕੋਈ ਰੇਹੜੀ ਰਿਕਸ਼ਾ ਸੀ, ਕੋਈ ਆਟੋ ਚਲਾਉਂਦਾ ਸੀ, ਕੋਈ ਕੈਬ ਚਲਾਉਂਦਾ ਸੀ, ਕੋਈ ਛੋਟੀ ਮੋਟੀ ਦੁਕਾਨ ਕਰਦਾ ਸੀ, ਕੋਈ ਛੋਟਾ ਮੋਟਾ ਦਿਹਾੜੀ ਕਰਦਾ ਸੀ, ਕੋਈ ਵਪਾਰ ਕਰਦਾ ਸੀ ਛੋਟਾ ਮੋਟਾ, ਉਹਦਾ ਸਾਰਾ ਕੁਝ ਬੰਦ ਹੋ ਗਿਆ ਸੀ। ਪੈਸੇ ਤਾਂ ਉਹਨੂੰ ਮਿਲਣੇ ਚਾਹੀਦੇ ਸੀ, ਤਾਂ ਕਿ ਜੇ ਉਹਦੇ ਕੋਲ ਆਉਣਗੇ, ਉਹ ਜਾ ਕੇ ਬਾਜ਼ਾਰ 'ਚੋਂ ਕੋਈ ਸਮਾਨ ਖਰੀਦੇਗਾ। ਜਦੋਂ ਬਾਜ਼ਾਰ 'ਚੋਂ ਸਮਾਨ ਖਰੀਦੇਗਾ ਤਾਂ ਇੰਡਸਟਰੀ ਨੂੰ ਸਮਾਨ ਪੈਦਾ ਕਰਨ ਦੀ ਲੋੜ ਪਏਗੀ। ਜੀ ਜੀ ਜਦ ਇੰਡਸਟਰੀ ਸਮਾਨ ਪੈਦਾ ਕਰੇਗੀ, ਉਹਨੂੰ ਕੱਚੇ ਮਾਲ ਦੀ ਲੋੜ ਪਏਗੀ, ਉਹ ਕੱਚਾ ਮਾਲ ਖਰੀਦੇਗੀ। ਕੱਚਾ ਮਾਲ ਪੈਦਾ ਕਰਨ ਵਾਲਾ ਕਿਸਾਨ, ਮਜ਼ਦੂਰ ਹੋਰ ਨੇ, ਛੋਟੇ ਤਬਕੇ ਨੇ। ਸੋ ਇਸ ਕਰਕੇ ਇਸ ਤਰੀਕੇ ਨਾਲ ਇੱਕ ਬੜਾ ਵੱਡਾ ਚੱਕਰ ਹੈ ਇਹ ਜਿਹੜਾ ਚੱਲਦਾ। ਜਿਵੇਂ ਕਿਤੇ ਆਪਾਂ ਦੇਖਦੇ ਹਾਂ, ਜਦ ਕੋਈ ਇਕੱਠ ਹੋਵੇ, ਜੇ ਇੱਕ ਬੰਦੇ ਨੂੰ ਧੱਕਾ ਵੱਜੇ ਤਾਂ ਸਾਰੇ ਗਿਣਨੇ ਸ਼ੁਰੂ ਹੋ ਜਾਂਦੇ ਨੇ। ਇੱਦਾਂ ਹੀ ਜੀ ਅਰਥਚਾਰੇ 'ਚ ਵੀ ਇਹੀ ਹੈ। ਜੇ ਅਰਥਚਾਰਾ ਇੱਕ ਲਖਤ ਫੈਲਦਾ ਤਾਂ ਸਾਰੇ ਪੱਖਾਂ ਤੋਂ ਫੈਲਦਾ, ਜੇ ਸੁੰਗੜਦਾ ਤਾਂ ਸਾਰੇ ਪੱਖਾਂ ਤੋਂ ਸੁੰਗੜਦਾ, ਇੱਕ ਪੱਖ ਨਹੀਂ ਸੁੰਗੜਦਾ। ਇੱਕ ਪੱਖ ਸ਼ੁਰੂ 'ਚ ਸੁੰਗੜਦਾ, ਜਿਵੇਂ ਧੱਕਾ ਪਹਿਲੇ ਇੱਕ ਨੂੰ ਲੱਗਦਾ, ਪਰ ਫਿਰ ਉਹ ਜੇ ਨਾ ਸੰਭਲੇ ਤਾਂ ਅੱਗੇ ਅੱਗੇ ਜੀ ਫਿਰ ਬੜੀ ਤੇਜ਼ੀ ਨਾਲ ਕਰਦਾ। ਸੋ ਅੱਜ ਜੀ ਸਾਡਾ ਅਰਥਚਾਰਾ ਸਾਰੀ ਦੁਨੀਆ 'ਚ, ਭਾਰਤ ਦਾ ਵੀ, ਪੰਜਾਬ ਦਾ ਵੀ, ਇਹ ਅਰਥਚਾਰਾ ਤਕਰੀਬਨ ਡੁੱਬ ਰਿਹਾ ਹੈ। ਇਹਨੂੰ ਕੋਈ ਮੰਨੇ ਕੋਈ ਨਾ ਮੰਨੇ। ਇੱਕ ਛੋਟੇ ਦੋ ਉਦਾਹਰਨਾਂ ਦੇ ਕੇ ਮੈਂ, ਤੁਸੀਂ ਮਹਿੰਗਾਈ 'ਤੇ ਆਉਣਾ, ਮੈਂ ਭਾਰਤ ਸਰਕਾਰ ਦਾ ਜੋ ਮਾਨਯੋਗ ਸੀਤਾਰਮਨ ਜੀ ਨੇ ਬਜਟ ਪੇਸ਼ ਕਰਿਆ ਇਸ ਸਾਲ ਦਾ, ਉਹਦੇ ਵਿੱਚ 39 ਲੱਖ ਕਰੋੜ ਰੁਪਏ ਦਾ ਬਜਟ ਹੈ ਸਾਡਾ। ਜੀ ਉਹਦੇ ਵਿੱਚੋਂ 8.5 ਲੱਖ ਕਰੋੜ ਰੁਪਇਆ ਕਰਜ਼ਾ ਲੈ ਕੇ ਸਾਰਨਾ ਹੈ। ਜੇ ਹੂੰ ਤੁਸੀਂ 22% ਬਜਟ ਤੁਹਾਡਾ ਕਰਜ਼ੇ ਨਾਲ ਪੂਰਾ ਹੋਏਗਾ, ਤੇ ਫਿਰ ਤਾਂ ਅੱਗੇ ਤੋਂ ਤੁਹਾਡਾ ਵਿਆਜ ਵੀ ਨਹੀਂ ਮੁੜਨਾ, ਵਿਆਜ ਮੋੜਨ ਵਾਸਤੇ ਵੀ ਕਰਜ਼ਾ ਲੈਣਾ ਪਊ। ਇਸੇ ਐਗਜ਼ੈਕਟਲੀ ਤਰ੍ਹਾਂ ਜੇ ਪੰਜਾਬ ਦਾ ਮੈਂ ਕਹਾ 1,55,000 ਕਰੋੜ ਦੇ ਬਜਟ ਹੈ, ਉਸ 1,55,000 ਕਰੋੜ ਚੋਂ ਆਮਦਨ ਜਿਹੜੀ ਆ ਉਹ 1,05,000 ਕਰੋੜ ਹੈ। ਕੇਵਲ 50,000 ਕਰੋੜ ਦਾ ਕਿਸੇ ਨਾ ਕਿਸੇ ਤਰ੍ਹਾਂ ਘਾਟਾ ਹੈ। ਵਿੱਤੀ ਘਾਟਾ ਵੀ ਇਹਨਾਂ ਦੇ ਅੰਦਾਜ਼ਿਆਂ ਅਨੁਸਾਰ ਵੀ ਤਕਰੀਬਨ 10,000 ਕਰੋੜ ਦਾ। ਉਹ ਜਿਹੜੇ ਘਾਟੇ ਨੇ, ਜਿਹੜੇ ਉਹ ਘਾਟਿਆਂ ਨੂੰ ਪੂਰਾ ਕਰਨ ਵਾਸਤੇ ਕਰਜ਼ੇ ਲੈ ਜਾਂਦੇ ਨੇ। ਔਰ ਪੰਜਾਬ ਸਰਕਾਰ ਜੁਮੇ 3 ਲੱਖ ਤੋਂ ਉੱਪਰ ਹੋ ਗਿਆ, 3 ਲੱਖ ਕਰੋੜ ਤੋਂ ਉੱਪਰ ਹੋ ਗਿਆ ਕਰਜ਼ਾ। ਕਈ ਆਮ ਹੀ ਬੰਦੇ ਕਹਿੰਦੇ ਵੀ ਹਰ ਬੰਦੇ, ਹਰ ਜੰਮਦੇ ਬੱਚੇ ਦੇ ਜੁਮੇ 1 ਲੱਖ ਕਰਜ਼ੇ ਦਾ ਹੋ ਗਿਆ। ਬਿਲਕੁਲ ਸੋ ਹੈ ਇਹ ਜਿਹੜਾ ਕਰਜ਼ਾ ਵੱਧ ਰਿਹਾ ਹੈ, ਇਹਦੇ ਨਾਲ ਅਸੀਂ ਕਿੰਨਾ ਚਿਰ ਸਾਰਾਂਗੇ? ਦੂਜਾ, ਜਿਹੜੀ ਇਨਫਲੇਸ਼ਨ, ਇਹਨੂੰ ਸਟੈਗਫਲੇਸ਼ਨ ਕਹਿੰਦੇ ਨੇ ਅਸਲ 'ਚ। ਜੀ ਇਹ ਕੀ ਹੁੰਦੀ ਹੈ? ਇਹਦੇ ਵਿੱਚ ਇਹ ਹੁੰਦਾ ਹੈ ਵੀ ਮਾਲ ਕਿਉਂਕਿ ਵਾਫਰ ਪਿਆ ਹੈ, ਜਦੋਂ ਮਾਲ ਵਾਫਰ ਪਿਆ ਹੈ, ਤੁਸੀਂ ਆਪਦੇ ਅਰਥਚਾਰੇ ਨੂੰ ਸੁਧਾਰਨ ਵਾਸਤੇ ਕੋਸ਼ਿਸ਼ ਇਹ ਕਰਦੇ ਹੋ ਕਿ ਅਸੀਂ ਬਾਹਰੋਂ ਜਿਹੜਾ ਮਾਲ ਮੰਗਾਉਣਾ ਉਹਨੂੰ ਘਟਾ ਦਈਏ, ਇੰਪੋਰਟਸ, ਜੀ ਯਾਨੀ ਕਿ ਜੀ ਦਰਾਮਦਾਂ ਘਟਾ ਦਈਏ, ਬਰਾਮਦਾਂ ਵਧਾਈਏ। ਹੁਣ ਉਹਦਾ ਅਸਰ ਕੀ ਹੈ? ਪਹਿਲੀ ਗੱਲ, ਜੇ ਬਰਾਮਦ ਤੁਸੀਂ ਵਧਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਹਾਨੂੰ ਪੈਸੇ ਨਹੀਂ ਵੱਧ ਆਉਂਦੇ, ਕਿਉਂਕਿ ਤੁਹਾਡਾ ਰੁਪਈਆ ਥੱਲੇ ਗਿਰ ਗਿਆ।
ਜੀ ਜਿਹੜੀ ਜੇ ਪਹਿਲਾਂ ਅਸੀਂ ਮੰਨ ਲਓ ਕਣਕ ਦਿੰਦੇ ਸੀ, ਆਲੂ ਦਿੰਦੇ ਸੀ, ਚੀਨੀ ਕੁਝ ਵੀ ਦਵਾਈਆਂ ਦਿੰਦੇ ਸੀ, ਜੇ ਅਸੀਂ 1000 ਰੁਪਏ 'ਚ ਜਿੰਨੀ ਚੀਜ਼ ਦਿੰਦੇ ਸੀ 1000 ਰੁਪਈਆ ਲੈਣ ਵਾਸਤੇ, ਅੱਜ ਸਾਨੂੰ 1000 ਰੁਪਈਆ ਲੈਣ ਵਾਸਤੇ ਉਦੋਂ 20% ਵੱਧ ਦੇਣੀ ਪਊਗੀ। ਹਾਂਜੀ ਬਿਲਕੁਲ। ਜੇ ਅਸੀਂ 1000 ਰੁਪਈਆ ਲੈਣ ਵਾਸਤੇ 1000 ਪੀਸ ਦਿੰਦੇ ਸੀ, ਤਾਂ ਅੱਜ ਨੂੰ ਉਹੀ 1000 ਰੁਪਈਆ ਲੈਣ ਵਾਸਤੇ, ਕਿਉਂਕਿ ਡਾਲਰ ਮਹਿੰਗਾ ਹੋ ਗਿਆ, ਸਾਨੂੰ 1200 ਪੀਸ ਦੇਣਾ ਪਏਗਾ। ਸੋ ਸਾਡੀਆਂ ਚੀਜ਼ਾਂ ਸਸਤੀਆਂ ਹੋ ਗਈਆਂ। ਸਸਤੀਆਂ ਹੋਣ ਨਾਲ ਹੋਰ ਪਾਸਾ ਇੱਥੇ ਜਿਹੜਾ ਸਾਡਾ ਸੀ ਲੋਕਾਂ ਕੋਲ ਪੈਸਾ ਹੋਰ ਘੱਟ ਜਾਏਗਾ, ਇੰਡਸਟਰੀਜ਼ ਨੂੰ ਹੋਰ ਘੱਟ ਮੁਨਾਫਾ ਹੋਏਗਾ, ਪ੍ਰੋਡਿਊਸਰ ਨੂੰ, ਉਹਦੇ ਨਾਲ ਹੋਰ ਉਹ ਮੰਦੀ 'ਚ ਜਾਏਗਾ। ਇੱਦਾਂ ਹੀ ਜੇ ਅਸੀਂ ਬਾਹਰੋਂ ਮੰਗਾਉਂਦੇ ਹਾਂ, ਜਿਹੜੇ ਤਕੜੇ ਨੇ, ਜਿਵੇਂ ਤੁਸੀਂ ਕਿਹਾ ਤਕੜੇ ਨੂੰ ਮਾਰਨੀ ਪੈਂਦੀ, ਉਹ ਤਕੜੇ ਇੰਪੋਰਟ ਵੀ ਨਹੀਂ ਛੱਡਦੇ, ਉਹ ਇੰਪੋਰਟ ਵੀ ਇੱਦਾਂ ਹੀ ਕਰੀ ਜਾਂਦੇ ਨੇ। ਉਹਦੇ ਵਿੱਚ ਕੀ ਹੋ ਗਿਆ ਵੀ ਜਿਹੜੀ ਚੀਜ਼ ਪਹਿਲਾਂ ਸਾਨੂੰ 1000 ਰੁਪਏ 'ਚ ਮਿਲਦੀ ਸੀ, ਹੁਣ ਉਹ 1200 'ਚ ਮਿਲੇਗੀ, ਉਹੀ ਚੀਜ਼ ਉਨੀ ਹੋਈ। ਸੋ ਸਾਨੂੰ ਆਪਦਾ ਵੱਧ ਮਾਲ ਬਾਹਰ ਭੇਜਣਾ ਪਊ। ਜਿਵੇਂ ਕੋਈ ਦੁੱਧ ਉਤਪਾਦਕ ਹੈ, ਜੋ ਪਹਿਲਾਂ 4 ਕਿਲੋ ਦੁੱਧ ਵੇਚਦਾ ਸੀ ਉਨੇ ਪੈਸੇ ਲੈਣ ਵਾਸਤੇ, ਅੱਜ ਉਹਨੂੰ 5 ਕਿਲੋ ਵੇਚਣਾ ਪੈਣਾ ਉਨੇ ਪੈਸੇ ਲੈਣ ਵਾਸਤੇ। ਜੀ ਜੇ 6 ਕਿਲੋ 5 ਵਾਲੇ ਨੂੰ 6 ਵੇਚਣਾ ਪੈਣਾ। ਇਦਾਂ ਹੀ ਜੇ ਉਹ ਪਹਿਲਾਂ ਉਹਨਾਂ ਦੁੱਧ ਵੇਚ ਕੇ ਇੱਕ ਮੰਨ ਲਓ ਕੋਈ ਕਿਤਾਬ ਹੈ ਬਾਹਰੋਂ ਛਪੀ ਹੋਈ, ਉਹ ਕਿਤਾਬ ਮੰਗਾ ਲੈਂਦਾ ਸੀ, ਤੇ ਅੱਜ ਉਸ ਨੂੰ ਉਹ 6 ਕਿਲੋ ਦੁੱਧ ਨਾਲ ਦੇ ਪੈਸਿਆਂ ਨਾਲ ਨਹੀਂ ਉਹ ਕਿਤਾਬ ਆਉਣੀ, ਅੱਜ ਉਸ ਨੂੰ 7.5 ਕਿਲੋ ਦੁੱਧ ਦੇਣਾ ਪਏਗਾ ਤਾਂ ਉਹ ਕਿਤਾਬ ਆਏਗੀ। 7.5 ਕਿਲੋ, ਯਾਨੀ ਕਿ 5 ਕਿਲੋ ਦੁੱਧ ਵਾਲਾ 7.5 ਕਿਲੋ ਦੁੱਧ ਦੇ ਨਾਲ ਉਹਦਾ ਗੁਜ਼ਾਰਾ ਚੱਲੇਗਾ। ਇਹ ਤਾਂ ਆਪੇ ਹਿਸਾਬ ਲਾ ਲਓ ਤੁਸੀਂ ਵੀ ਕਿਵੇਂ ਸਾਡਾ ਜਿਹੜਾ ਅਰਥਚਾਰਾ ਹੈ, ਉਹ ਅਰਥਚਾਰਾ ਕਿਵੇਂ ਫਿਰ ਥੱਲੇ ਜਾਂਦਾ ਹੈ। ਚੀਜ਼ਾਂ ਤਾਂ ਉਹੀ ਨੇ, ਚੀਜ਼ਾਂ ਦੀ ਪ੍ਰੋਡਕਸ਼ਨ ਤਾਂ ਕੋਈ ਬਹੁਤ ਜ਼ਿਆਦਾ ਵਧੀ ਨਹੀਂ ਹੈ, ਜਿਹੜੇ ਆ ਕੀਤੀ ਹੈ ਹੋਰ ਹੈ, ਇਹਦਾ ਉਤਪਾਦਨ ਤਾਂ ਵਧਿਆ ਨਹੀਂ, ਦੁੱਧ ਦਾ, ਖੇਤ ਦਾ, ਫਲਾਂ ਦਾ, ਸਬਜ਼ੀਆਂ ਦਾ, ਮੀਟ ਦਾ, ਅੰਡਿਆਂ ਦਾ, ਇਹ ਉਤਪਾਦਨ ਕੋਈ ਬਹੁਤ ਜ਼ਿਆਦਾ ਨਹੀਂ ਵੱਧਦਾ। ਸੋ ਇਸ ਕਰਕੇ ਇਹਨੂੰ ਜਦ ਵੇਚਣਾ ਪੈਂਦਾ, ਜੇ ਤਾਂ ਖਾਣਾ ਹੋਵੇ ਤਾਂ ਠੀਕ ਹੈ, ਸਰ ਜਾਂਦਾ ਹੈ। ਜੀ ਜਦ ਵੇਚਣ ਦਾ ਮਾਮਲਾ ਆਉਂਦਾ ਹੈ ਕਿ ਬਾਕੀ ਅਰਥਚਾਰਾ ਚਲਾਉਣਾ ਹੈ, ਉਦੋਂ ਫਿਰ ਤੁਹਾਨੂੰ ਜ਼ਿਆਦਾ ਮਾਲ ਵੇਚ ਕੇ ਘੱਟ ਪੈਸੇ ਮਿਲਦੇ ਨੇ। ਜਦ ਤੁਸੀਂ ਜ਼ਿਆਦਾ ਵੇਚਦੇ ਹੋ, ਤੁਹਾਨੂੰ ਆਪਦੀ ਵਰਤੋਂ ਵਾਸਤੇ ਘੱਟ ਰਹਿ ਜਾਂਦਾ ਹੈ। ਉਹ ਘੱਟ ਰਹਿਣ ਕਰਕੇ ਤੁਸੀਂ ਬਿਮਾਰ ਹੁੰਦੇ ਹੋ, ਤੁਹਾਡੀ ਸਿਹਤ ਕਮਜ਼ੋਰ ਹੁੰਦੀ ਹੈ, ਤੇ ਫਿਰ ਲੜਾਈਆਂ ਝਗੜੇ ਵੀ ਹੁੰਦੇ ਨੇ। ਇਹਦੇ ਨਾਲ ਇਸ ਤਰ੍ਹਾਂ ਇੱਕ ਚੱਕਰ ਜਿਹੜਾ ਹੈ ਚੱਲਦਾ ਹੈ। ਉਹਦੇ ਵਿੱਚ ਅੱਗੋਂ ਇੱਕ ਹੋਰ ਨਵੀਂ ਗੱਲ ਹੋ ਗਈ, ਹਾਂਜੀ ਕੱਲਾ ਰੁਪਈਆ ਡਾਲਰ ਦੇ ਮੁਕਾਬਲੇ ਸਸਤਾ ਹੋਣ ਨਾਲ ਮਹਿੰਗਾਈ ਨਹੀਂ ਵਧੀ ਕਦੀ। ਜੀ ਮਹਿੰਗਾਈ ਇਸ ਕਰਕੇ ਵੀ ਵਧ ਗਈ ਹੈ ਕਿ ਜਿਹੜੇ ਮੁਨਾਫੇ ਨੇ, ਜਿਹੜਾ ਮੁਨਾਫਾਖੋਰ ਆ ਉਹ ਆਪਦੇ ਮੁਨਾਫੇ ਵਧਾ ਰਿਹਾ, ਕਿਉਂਕਿ ਬੈਂਕਾਂ ਵੀ ਫੇਲ ਹੋ ਰਹੀਆਂ ਨੇ। ਪਿੱਛੇ ਸਦਨ ਦੇ ਵਿੱਚ ਸੌਰੀ ਆਰਟੀਆਈ ਦੇ ਵਿੱਚ ਸੂਚਨਾ ਹੈ ਕਿ 10.5 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ ਕਰਿਆ ਗਿਆ ਵੱਡੇ ਧੰਨਾ ਸੇਠਾਂ ਨੂੰ। ਉਹ ਬਹੁਤੇ ਗੁਜਰਾਤੀ ਨੇ, ਉਹਨਾਂ ਚੋਂ ਬਹੁਤੇ ਹਿੰਦੂ ਵੀ ਨੇ, ਜਿਹੜੇ ਸੋ ਕਾਲਡ ਹਿੰਦੂਇਜ਼ਮ ਦਾ ਰੌਲਾ ਪਾ ਕੇ ਨਾ ਲੋਕਾਂ ਨੂੰ ਰੋਟੀ ਖਿਲਾਉਣਾ ਚਾਹੁੰਦੇ ਨੇ। ਉਹਨਾਂ ਨੂੰ ਵੀ ਇਹ ਚਾਨਣ ਹੋਣਾ ਚਾਹੀਦਾ ਹੈ ਵੀ ਜੇ ਕਰੋਨਾ 'ਚ ਵੀ ਮਰੇ ਸੀ ਤਾਂ ਵੀ 80% ਹਿੰਦੂ ਹੀ ਮਰੇ ਸੀ। ਜਿੰਨੀ ਆਬਾਦੀ ਹੋਏਗੀ ਉਨਾ ਹੀ ਉਹਨਾਂ 'ਚ ਅਸਰ ਉਸੇ ਪ੍ਰਪੋਰਸ਼ਨ 'ਚ ਹੀ ਪਏਗਾ ਨਾ। ਰੇਹੜੀ ਰਿਕਸ਼ਾ ਕੋਈ ਸਾਰੇ ਮਿਨੋਰਟੀ 'ਚ ਘੱਟ ਗਿਣਤੀਆਂ ਥੋੜ੍ਹੇ ਚਲਾਉਂਦੀਆਂ ਰੇਹੜੀ ਰਿਕਸ਼ਾ, ਉਹ ਵੀ ਹਿੰਦੂ ਵੀ ਚਲਾਉਂਦੇ ਨੇ। ਦੁਕਾਨਾਂ ਛੋਟੀਆਂ ਉਹ ਵੀ ਕਰਦੇ ਨੇ, ਵਪਾਰ ਉਹ ਵੀ ਕਰਦੇ ਨੇ, ਸਕੂਲ ਉਹ ਵੀ ਜਾਂਦੇ ਨੇ, ਸਿਹਤ ਉਹਨਾਂ ਨੂੰ ਵੀ ਚਾਹੀਦੀ ਹੈ, ਕੱਪੜਾ ਉਹਨਾਂ ਨੂੰ ਵੀ ਚਾਹੀਦਾ। ਸੋ ਇਸ ਕਰਕੇ ਮਾਰ ਜਿਹੜੀ ਹੈ ਕਿਸੇ ਧਰਮ ਨੇ ਨਹੀਂ ਰੋਕਣੀ, ਇਹ ਕਿਸੇ ਜਾਤ ਨੇ ਨਹੀਂ ਰੋਕਣੀ, ਇਹ ਕਿਸੇ ਨਾਅਰੇ ਨੇ ਨਹੀਂ ਰੋਕਣੀ, ਇਹ ਅਰਥਚਾਰੇ ਨੇ ਰੋਕਣੀ ਹੈ। ਨਾਅਰੇ ਦੀ ਥਾਂ ਤੇ ਨਾਅਰਾ ਨਹੀਂ, ਅਰਥਚਾਰਾ ਚਾਹੀਦਾ ਹੈ। ਅਰਥਚਾਰੇ ਨੇ ਰੋਕਣੀਆਂ। ਅਰਥਚਾਰਾ ਅੱਜ ਨਾ ਸਾਡੇ ਕੇਂਦਰ ਦੀ ਸਰਕਾਰ, ਨਾ ਸਾਡੀਆਂ ਸੂਬਾਂ ਦੀਆਂ ਸਰਕਾਰਾਂ ਅਰਥਚਾਰੇ ਤੇ ਕੋਈ ਧਿਆਨ ਨਹੀਂ ਦੇ ਰਹੀਆਂ। ਕਹਿਣ ਨੂੰ ਜਿੰਨਾ ਮਰਜ਼ੀ ਕਹੀ ਜਾਣ, ਫਾਲਤੂ ਖਰਚੇ ਕਰ ਰਹੀਆਂ ਨੇ। ਜਿੱਥੋਂ ਖਰਚੇ ਦੀ ਕਿਫਾਇਤ ਹੋ ਸਕਦੀ ਹੈ ਉਹਨੂੰ ਬਚਾਉਣ ਦੀ ਕੋਈ ਤਿਆਰੀ ਨਹੀਂ ਹੈ। ਜਿੱਥੋਂ ਖਰਚਾ ਆਮਦਨ ਹੋ ਸਕਦੀ ਹੈ ਉਹ ਆਮਦਨ ਕਰਨ ਦੀ ਕੋਈ ਤਿਆਰੀ ਨਹੀਂ। ਕਾਰਨ ਉਹਦੇ ਕੀ ਨੇ? ਖਰਚਾ ਕਿੱਥੋਂ ਬਚੇਗਾ? ਖਰਚਾ ਉਸ ਜਗ੍ਹਾ ਤੋਂ ਬਚੇਗਾ ਜਿੱਥੇ ਫਾਲਤੂ ਹੋ ਰਿਹਾ। ਫਾਲਤੂ ਹੋ ਰਿਹਾ ਵੱਡਿਆਂ ਕੋਲੇ, ਵੱਡਿਆਂ ਨੂੰ ਤਾਂ ਹੱਥ ਨਹੀਂ ਪਾਣਾ। ਇੱਦਾਂ ਹੀ ਜਿਹੜੀ ਆਮਦਨ ਹੋਏਗੀ ਉਹ ਵੀ ਵੱਡਿਆਂ ਦੇ ਉੱਤੇ। ਜੇ ਤੁਸੀਂ ਮਾਫੀਏ ਬੰਦ ਕਰੋਗੇ, ਕਿਸੇ ਵੀ ਤਰ੍ਹਾਂ ਦਾ ਮਾਫੀਆ ਲਾ ਲਓ, ਸੈਂਕੜੇ ਮਾਫੀਏ ਨੇ, ਆਪਾਂ ਨੂੰ ਹੁਣ ਤਾਂ ਪਤਾ ਹੀ ਹੈ। ਸਿੱਖਿਆ ਦਾ ਮਾਫੀਆ, ਸਿਹਤ ਦਾ ਮਾਫੀਆ, ਦਵਾਈਆਂ ਦਾ ਮਾਫੀਆ, ਨਸ਼ਿਆਂ ਦਾ ਮਾਫੀਆ, ਰੇਤੇ ਦਾ ਮਾਫੀਆ, ਪਾਣੀ ਦਾ ਮਾਫੀਆ, ਨੌਕਰੀਆਂ ਦਾ ਮਾਫੀਆ, ਹੁਣ ਤਾਂ ਹਰ ਤਰ੍ਹਾਂ ਦਾ ਮਾਫੀਆ, ਕੰਮ ਕਰਾਉਣ ਦਾ ਮਾਫੀਆ ਵੀ ਹੁਣ ਤਾਂ। ਸੋ ਜਿਹੜੇ ਮਾਫੀਏ ਨੂੰ ਜਦ ਤੁਸੀਂ ਬੰਦ ਕਰੋਗੇ, ਭ੍ਰਿਸ਼ਟਾਚਾਰ ਦਾ ਵੀ ਮਾਫੀਆ, ਉਹ ਮਾਫੀਏ ਨੂੰ ਬੰਦ ਕਰੋਗੇ। ਮਾਫੀਆ ਕਿਹਦੇ ਨਾਲ ਆਪਰੇਟ ਕਰਦਾ? ਵੱਡੇ ਲੋਕਾਂ ਨਾਲ। ਉਹ ਵੱਡਿਆਂ ਨੂੰ ਤੁਸੀਂ ਹੱਥ ਫੇਰ ਨਹੀਂ ਪਾ ਸਕਦੇ, ਕਿਉਂਕਿ ਉਹਨਾਂ ਤੋਂ ਤੁਸੀਂ ਫੰਡ ਲੈਣੇ ਚੋਣਾਂ ਵਾਲੇ। ਸੋ ਇਸ ਕਰਕੇ ਤੁਸੀਂ ਆਪਦੀ ਆਮਦਨ ਵਧਾ ਨਹੀਂ ਸਕਦੇ, ਖਰਚੇ ਘਟਾ ਨਹੀਂ ਸਕਦੇ, ਤੇ ਜਿਹੜੇ ਖਰਚੇ ਕਰ ਰਹੇ ਹੋ ਉਹ ਤੁਸੀਂ ਬੇਲੋੜੀਆਂ ਜਗ੍ਹਾ ਤੇ ਕਰ ਰਹੇ ਹੋ। ਹਾਂ, ਉਹਦੀ ਜਿਹੜੀ ਤਰਜੀਹ ਹੈ, ਖਰਚਾ ਜਿੰਨੇ ਕਾ ਹੈ ਵੀ, ਉਹਦੀ ਵੀ ਤਰਜੀਹ ਗਲਤ ਦੇ ਰਹੇ ਹੋ। ਜਿਵੇਂ ਪੰਜਾਬ ਸਰਕਾਰ ਦੀ ਉਦਾਹਰਨ ਮਾ ਕਿਸੇ ਨੂੰ ਹਰੇਕ ਨੂੰ ਚੁਭੇਗੀ। ਮੈਂ ਆਪਦੇ ਆਪ ਤੋਂ ਇੱਕ ਉਦਾਹਰਨ ਸ਼ੁਰੂ ਕਰਦਾ ਜਿਹੜੀ ਮੈਨੂੰ ਹੈਰਾਨੀ ਕਰਦੀ ਹੈ। ਜੀ ਉਹ ਇਹ ਹੈ ਵੀ ਪਿਛਲੇ 9 ਮਹੀਨਿਆਂ 'ਚ, ਪਹਿਲਾਂ 2 ਮਹੀਨੇ ਚੰਨੀ ਸਰਕਾਰ ਦੇ ਸੀ, 7 ਮਹੀਨੇ 7.5 ਇਹਨਾਂ ਦੇ ਹੋ ਗਏ। ਮੈਨੂੰ ਪਹਿਲਾਂ 1 ਲੱਖ ਪੈਨਸ਼ਨ ਮਿਲਦੀ ਸੀ, ਚੰਨੀ ਸਰਕਾਰ ਵੇਲੇ 1,08,000 ਹੋ ਗਈ, ਹੁਣ ਉਹ 1,30,000 ਹੋ ਗਈ। ਮੈਨੂੰ ਨਹੀਂ ਸਮਝ ਆਇਆ
ਵੀ ਮੈਂ ਕਿਹੜੀ ਹੋਈ ਜੀ ਹਿਮਾਲਿਆ ਪਰਬਤ ਦੀ ਚੋਟੀ ਸਰ ਕਰੀ ਹੈ, ਜਿਹਨੂੰ ਪਹਿਲਾਂ ਹੀ 1 ਲੱਖ ਮਿਲਦਾ ਸੀ, ਉਹਨੂੰ 30,000 ਹੋਰ ਦੇਣ ਲੱਗੇ। ਜਦ ਕਿ ਇੱਕ ਨੌਜਵਾਨ ਲੜਕਾ ਲੜਕੀ ਜਿਹੜਾ ਠੇਕੇ ਤੇ ਰੱਖਿਆ ਹੋਇਆ ਹੈ, ਕੱਚਾ ਰੱਖਿਆ, ਉਹਨੂੰ 5,000 ਜਾਂ 10,000 ਦੇ ਰਹੇ ਨੇ। ਔਰ ਜਿਹੜਾ ਮੇਰੇ ਨਾਲ ਦਾ ਨੌਕਰੀ 'ਚ ਹੈ, ਉਹਦਾ 30 ਨਹੀਂ, ਉਹਦਾ 75,000 ਵੱਧ ਗਿਆ। ਤੁਸੀਂ ਜੇ ਇਹਦਾ ਮਤਲਬ ਤੁਹਾਡੇ ਕੋਲ ਪੈਸੇ ਤਾਂ ਹੈਗੇ ਨੇ ਦੇਣ ਨੂੰ, ਤੁਸੀਂ ਪੈਸੇ ਜਿਹੜੇ ਕੋਲੇ ਹੁਣ ਅਸੀਂ ਮੈਨੂੰ ਤਨਖਾਹ ਪੈਨਸ਼ਨ ਆਉਂਦੀ ਰਹੂਗੀ, ਮੈਂ ਉਹਦਾ ਕੀ ਕਰਨਾ ਹੈ? ਜਾਂ ਬੈਂਕ 'ਚ ਪਈ ਰਹੂਗੀ, ਚਲੋ ਕੋਈ ਦਾਨ ਕਰ ਦੂੰਗਾ, ਕਿੰਨਾ ਦਾਨ ਕਰ ਦੂੰਗਾ ਉਹਦੀ ਲਿਮਟ ਹੈ। ਸਮਾਨ ਮੈਂ ਕਿੰਨਾ ਖਰੀਦੂੰਗਾ, ਮੈਂ ਇਸ ਉਮਰ 'ਚ ਕੀ ਖਾਣਾ ਹੈ, ਕੀ ਕਰਨਾ। ਸੋ ਇਸ ਕਰਕੇ ਮੈਂ ਅਰਥਚਾਰੇ 'ਚ ਤਾਂ ਪੈਸਾ ਲੱਗਣਾ ਨਹੀਂ। ਪਰ ਜੇ ਕਿਸੇ ਸਧਾਰਨ ਜਿਹਨੂੰ 5,000 10,000 ਮਿਲਦਾ ਸੀ, ਜਾਂ ਕਿਸੇ ਬੇਰੁਜ਼ਗਾਰ ਨੂੰ ਨੌਕਰੀ ਦਿੱਤੀ ਜਾਂਦੀ ਉਸੇ ਪੈਸੇ ਨਾਲ, ਚਾਹੇ ਉਹ ਤੋਂ ਕੰਮ ਘੱਟ ਹੀ ਲੈ ਲਓ, ਕੋਈ ਜ਼ਰੂਰੀ ਨਹੀਂ ਵੀ ਉਹਦੇ ਵਾਸਤੇ ਕੰਮ ਜ਼ਿਆਦਾ ਹੋਵੇ, ਪਰ ਉਸ ਪੈਸੇ ਨਾਲ ਉਹ ਸਮਾਨ ਖਰੀਦਦਾ, ਕਿਉਂਕਿ ਉਹਦੇ ਕੋਲ ਤਾਂ ਪੈਸਾ ਹੈ ਹੀ ਨਹੀਂ, ਉਹਨੂੰ ਤਾਂ ਜਿਹੜਾ ਆਊਗਾ ਉਹਦਾ ਸਮਾਨ ਹੀ ਖਰੀਦਣਾ। ਜਦੋਂ ਸਮਾਨ ਖਰੀਦਦਾ ਤਾਂ ਐਵਰੇਜ 18% GST ਇਹਨਾਂ ਨੂੰ ਆਉਂਦਾ, ਜੇ ਹੋਰ ਨਹੀਂ ਤਾਂ ਕੋਈ। ਬਾਕੀ ਮਾਲ ਦੇ ਉੱਤੇ ਜਿਹੜਾ ਹੋਣਾ ਸੀ ਫਾਇਦਾ, ਵੀ ਪ੍ਰੋਡਕਸ਼ਨ ਵਧਣੀ, ਹੋਰ ਉਹ ਵੱਖਰੀ ਗੱਲ ਹੈ। 18% ਤਾਂ ਸਰਕਾਰ ਨੂੰ ਆਮਦਨ ਵਧ ਜਾਣੀ ਸੀ, ਪਰ ਇਹਨਾਂ ਨੇ ਉਹ ਨਹੀਂ ਕਰਨਾ, ਇਹਨਾਂ ਨੇ ਉਹਨਾਂ ਨੂੰ ਨਹੀਂ ਦੇਣਾ। ਇੱਦਾਂ ਹੀ ਰੁਜ਼ਗਾਰ ਦੇ ਵਿੱਚ ਦੂਜਾ ਤਰੀਕਾ ਕੀ ਸੀ? ਨਾ ਭਾਰਤ ਸਰਕਾਰ ਇਹ ਕਰੀ ਹੈ, ਨਾ ਪੰਜਾਬ ਸਰਕਾਰ ਕਰੀ ਹੈ। ਮਨਰੇਗਾ ਦੇ ਰਾਹੀਂ ਅਸੀਂ ਰੁਜ਼ਗਾਰ ਵੀ ਪੈਦਾ ਕਰ ਸਕਦੇ ਹਾਂ, ਅਸੀਂ ਕੱਚਾ ਮਾਲ ਵੀ ਵੱਧ ਪੈਦਾ ਕਰ ਸਕਦੇ ਹਾਂ, ਅਸੀਂ ਆਪਦਾ ਪਾਣੀ ਵੀ ਬਚਾ ਸਕਦੇ ਹਾਂ, ਅਸੀਂ ਪਰਿਆਵਰਨ ਵੀ ਬਚਾ ਸਕਦੇ ਹਾਂ, ਅਸੀਂ ਆਪਦੀ ਮਿੱਟੀ ਵੀ ਬਚਾ ਸਕਦੇ ਹਾਂ, ਅਸੀਂ ਲੋਕਾਂ ਨੂੰ ਚੰਗੇ ਫਲ ਵੀ ਦੇ ਸਕਦੇ ਹਾਂ, ਲੋਕਾਂ ਨੂੰ ਲੱਕੜੀ ਸਸਤੀ ਦੇ ਸਕਦੇ ਹਾਂ, ਈਂਧਨ ਸਸਤਾ ਦੇ ਸਕਦੇ ਹਾਂ, ਅਸੀਂ ਵਰਖਾ ਵੀ ਹੋਣੀ ਸ਼ੁਰੂ ਹੋ ਸਕਦੀ ਹੈ। ਉਹ ਸਾਰਾ ਕੁਝ ਜਿਹੜਾ ਹੈ, ਜੇ ਅਸੀਂ ਮਨਰੇਗਾ ਦੇ ਉੱਤੇ ਖਰਚਾ ਕਰੀਏ। ਪੰਜਾਬ ਦੇ ਵਿੱਚ ਮਨਰੇਗਾ 32 ਲੱਖ ਜਿਹੜੇ ਪਰਿਵਾਰ ਨੇ, ਉਹ ਮਨਰੇਗਾ ਨੂੰ, ਉਹਨਾਂ ਨੂੰ ਪਾਤਰਤਾ ਹੈਗੀ ਆ, ਪਾਤਰ ਨੇ ਉਹ। ਪਰ ਕਾਰਡ ਬਣਿਆ 21.5 ਲੱਖ। ਪਿਛਲੇ ਸਾਲ 20 ਲੱਖ ਸੀ, 20,70,000, ਐਤਕੀ 21.5 ਲੱਖ ਹੋਣਾ। ਇਹਨਾਂ ਨੇ 80,000 ਕਾਰਡ ਵਧਾਇਆ। ਪਰ ਜਿਹੜੇ ਐਕਟਿਵ ਕਾਰਡ ਨੇ ਉਹ 11 ਲੱਖ ਹੀ ਹੈ, ਜਾਣੀ ਕਿ ਤਕਰੀਬਨ ਅੱਧੇ। ਉਹਦੇ ਵਿੱਚੋਂ ਗਾਹਾਂ ਜਿਨ੍ਹਾਂ ਨੂੰ ਸੱਚੀ ਮੁੱਚੀ ਰੁਜ਼ਗਾਰ ਮਿਲਿਆ, ਚਾਹੇ 1 ਦਿਨ ਦਾ, ਚਾਹੇ 2 ਦਿਨ ਦਾ, ਉਹ 6.25 ਲੱਖ ਹੀ ਹੈ। ਇਹ 7 ਅਕਤੂਬਰ ਦੀ ਰਿਪੋਰਟ ਦੱਸ ਰਿਹਾ ਮੈਂ, ਕੋਈ ਬਹੁਤੀ ਪੁਰਾਣੀ ਨਹੀਂ ਹੈ, ਇਸੇ 7 ਅਕਤੂਬਰ ਦੀ। ਜੀ। ਫਿਰ ਜਿਹੜੇ 6.25 ਲੱਖ ਨੇ, ਉਹਨਾਂ ਚੋਂ ਜਿਨ੍ਹਾਂ ਨੂੰ 100 ਦਿਨ ਦਾ ਪੂਰਾ ਰੁਜ਼ਗਾਰ ਮਿਲ ਗਿਆ, ਜਦ ਕਿ 7.25 ਮਹੀਨੇ ਲੰਘ ਚੁੱਕੇ ਨੇ, ਉਹ ਸਿਰਫ 1,325 ਪਰਿਵਾਰ ਨੇ ਜੀ। ਅਸੀਂ ਐਕਟਿਵ ਕਾਰਡ ਵਾਲਿਆਂ ਦੇ ਵਿੱਚ ਦੇਖੀਏ ਤਾਂ ਰਫਲੀ 1,000 ਦੇ ਪਿੱਛੇ ਇੱਕ ਪਰਿਵਾਰ ਨੂੰ 100 ਦਿਨ ਦਾ ਰੁਜ਼ਗਾਰ ਮਿਲਿਆ। ਫਿਰ 999 ਨੂੰ ਬਾਕੀ 6.5 ਪੌਣੇ 7 ਮਹੀਨਿਆਂ 'ਚ ਕਿਵੇਂ ਮਿਲ ਜੂਗਾ? 5.5 ਜਾਂ ਪੌਣੇ 6 ਮਹੀਨਿਆਂ 'ਚ ਕਿਵੇਂ ਮਿਲ ਜੂਗਾ? ਉੱਥੇ ਪੈਸਾ ਜਿਹੜਾ ਉਹਦੇ ਤੋਂ ਆਮਦਨ ਹੋਣੀ ਸੀ, 12,000 ਕਰੋੜ ਰੁਪਈਆ ਪੰਜਾਬ ਦੇ ਵਿੱਚ ਆਉਣਾ ਸੀ, ਜਿਹਦੇ ਵਿੱਚੋਂ ਤਕਰੀਬਨ 2,500 ਕਰੋੜ ਰੁਪਈਆ ਇਹਨਾਂ ਨੂੰ ਟੈਕਸ ਦਾ ਬਣ ਜਾਣਾ ਸੀ, ਕਿਉਂਕਿ ਮਾਲ ਖਰੀਦਣਾ ਪੈਂਦਾ ਉਹਦਾ, ਲੋਕਾਂ ਨੇ ਖਰਚਾ ਕਰਨਾ ਸੀ। ਸੋ ਉਹ ਜਿਹੜੀ ਆਮਦਨ ਸੀ, ਇੱਦਾਂ ਹੀ ਭਾਰਤ ਸਰਕਾਰ ਨੇ ਕਰਿਆ। ਉਹਦਾ ਜਿਹੜਾ ਮਨਰੇਗਾ ਦਾ ਬਜਟ ਹੈ, ਉਹ 73,000 ਕਰੋੜ ਰੱਖਤਾ ਸਾਰੀ। 73,000 ਕਰੋੜ, ਜਦ ਕਿ 1,20,000 ਕਰੋੜ ਕਰਨਾ ਪਿਆ ਸੀ, 1,12,000 ਕਰੋੜ ਕਰੋਨਾ ਦੌਰਾਨ ਕਰਨਾ ਪਿਆ ਸੀ, ਕਿਉਂਕਿ ਲੋਕਾਂ ਕੋਲ ਰੁਜ਼ਗਾਰ ਨਹੀਂ ਹੈ। ਸੋ ਇਸ ਕਰਕੇ ਜੇ ਉਸ ਪਾਸੇ ਅਸੀਂ, ਉੱਥੇ ਤਾਂ ਅਸੀਂ 50,000 ਕਰੋੜ ਹੋਰ ਵੱਧ ਲਾਉਣ ਨੂੰ ਤਿਆਰ ਨਹੀਂ, ਵੀ 1.25 ਲੱਖ ਕਰੋੜ ਕਰ ਦਈਏ, ਪਰ ਦੂਜੇ ਪਾਸੇ 10.5 ਲੱਖ ਕਰੋੜ ਅਸੀਂ ਮਾਫ ਕਰਤਾ 1 ਲੱਖ ਦੀ। ਅਸੀਂ ਪਹਿਲਾਂ 30% ਤੋਂ ਘਟਾ ਕੇ 25% ਕਰੀ ਜਿਹੜੀ ਆਪਣਾ ਸੀ ਕਾਰਪੋਰੇਟ ਟੈਕਸ, ਤੇ ਹੁਣ ਅਸੀਂ 20% ਕਰਤਾ, 5 ਹੋਰ ਘਟਾਤਾ। ਅਸੀਂ ਜਿਹੜੇ ਵੱਡੇ ਧੰਨਾ ਸੇਠ ਨੇ, ਉਹਨਾਂ ਤੋਂ ਟੈਕਸ ਘਟਾਈ ਜਾ ਰਹੇ ਹਾਂ। ਜਿਹੜੇ ਛੋਟਾ ਸਧਾਰਨ ਹੈ, ਮਿਡਲ ਕਲਾਸ ਦਾ ਹੈ, ਦਰਮਿਆਨੇ ਦਰਜੇ ਦਾ ਹੈ, ਉਹਦੇ ਉੱਤੇ ਟੈਕਸ ਵਧਾਈ ਜਾਂਦੇ ਹਾਂ। ਹੁਣ ਤੁਸੀਂ ਦੇਖੋ, ਮਿਡਲ ਕਲਾਸ ਨੂੰ ਟੈਕਸ ਦੇ ਵਿੱਚ ਐਤਕੀ ਕੋਈ ਰਾਹਤ ਨਹੀਂ ਦਿੱਤੀ ਹੈ। ਉਹ ਜਿੰਨਾ ਹੈਗਾ 30%, ਜਿਹਦੀ ਆਮਦਨੀ ਇੱਕ ਲੈਵਲ ਤੋਂ ਥੋੜੀ ਜਿਹੀ ਵੱਧ ਗਈ, ਗੁਜ਼ਾਰੇ ਜੋਗੀ ਹੋ ਗਈ, ਮੈਂ ਕਹਾਂਗਾ ਮਿਡਲ ਕਲਾਸ ਤੋਂ ਤੁਸੀਂ ਹੋ, ਮੈਂ ਆ, ਹੁਣ ਆਪਾਂ ਇਹ ਤਾਂ ਹੋ ਨਹੀਂ ਸਕਦਾ ਨਾ ਵੀ ਝੌਂਪੜੀ 'ਚ ਬਹਿ ਜਾਾਂਗੇ ਜਾ ਕੇ, ਇੱਕ ਇੰਨੀ ਪੜ੍ਹਾਈ ਜਾਂ ਹੋਰ ਕਰਕੇ ਇਹੋ ਜਿਹਾ ਜੀਵਨ ਜੀ ਕੇ ਸਾਡੀਆਂ ਕੋਈ ਲੋੜਾਂ ਹੋਰ ਤਰ੍ਹਾਂ ਦੀਆਂ ਬਣ ਜਾਂਦੀਆਂ ਨੇ। ਇਹ 'ਚ ਕੋਈ ਦੋ ਰਾਏ ਨਹੀਂ ਹੈ, ਕੋਈ ਕਹੇ ਕੋਈ ਨਾ ਕਹੇ, ਕੋਈ ਮੰਨੇ ਕੋਈ ਨਾ ਮੰਨੇ। ਉਹਦੇ ਵਿੱਚ ਅਸੀਂ ਜੇ ਸਾਨੂੰ ਇਦਾਂ ਹੀ ਟੈਕਸ ਲੱਗੀ ਜਾਣਾ, ਇੱਕ ਪਾਸੇ ਮਹਿੰਗਾਈ ਵਧੀ ਜਾ ਰਹੀ ਹੈ, ਦੂਜੇ ਪਾਸੇ ਟੈਕਸ ਦਾ ਰੇਟ ਉਹੀ ਹੈ, ਤੇ ਫਿਰ ਸਾਡੀ ਅਸਲੀ ਆਮਦਨ ਤਾਂ ਘਟ ਗਈ ਨਾ। ਦੇਖੋ, ਸਵਾਏ ਨੌਕਰੀ ਪੇਸ਼ਾ ਦੇ ਬਾਕੀ ਤਾਂ ਸਭ ਦੀ ਘਟ ਗਈ, ਬਾਕੀ ਸਭ ਦੀ ਘਟ ਗਈ। ਔਰ ਇਸੇ ਚੀਜ਼ ਨੂੰ ਮੈਂ ਲੈ ਕੇ ਚੱਲਦਾ, ਸਰਕਾਰੀ ਨੌਕਰੀ ਪੇਸ਼ਾ, ਕਿਉਂਕਿ ਪ੍ਰਾਈਵੇਟ ਅੰਦਰ ਤਨਖਾਹ ਮਿਲਦੀ ਹੋਈ ਥੋੜੀ ਹੈ। ਜੀ ਆਪਾਂ ਗਰਗ ਸਰ ਆਈਡੀਓਲੋਜੀ ਤੇ ਆਉਨੇ ਆ। ਇਹ ਸਾਰੀਆਂ ਗੱਲਾਂ, ਤਮਾਮ ਗੱਲਾਂ ਆਪਾਂ ਡਿਸਕਸ ਕਰ ਰਹੇ ਹਾਂ। ਇੱਕ ਵਿੱਚ ਮਨਸ਼ਾ ਦੀ ਗੱਲ ਆ ਜਾਏਗੀ, ਆਈਡੀਓਲੋਜੀ, ਕਿ ਤੁਹਾਡੀ ਸੋਚ ਕੀ ਹੈ। ਦੇਖੋ, ਦੋ ਤਰ੍ਹਾਂ ਦੀ ਆਈਡੀਓਲੋਜੀਜ਼ ਨੇ ਹਮੇਸ਼ਾ ਦੁਨੀਆ ਨੂੰ ਹਿਲਾ ਕੇ ਰੱਖਿਆ। ਇੱਕ ਪੁਰਾਣੇ ਐਡਮ ਸਮਿਥ, ਉਹ ਵੀ ਬੜੇ ਵੱਡੇ ਇਕੋਨੋਮਿਸਟ ਨੇ। ਇੱਕ ਕਾਰਲ ਮਾਰਕਸ, ਐਡਮ ਸਮਿਥ ਦੀ ਵੈਲਥ ਆਫ ਨੇਸ਼ਨਸ ਔਰ ਕਾਰਲ ਮਾਰਕਸ ਦੀ ਦਾਸ ਕੈਪੀਟਲ।
ਦੋਵਾਂ ਦਾ ਝਗੜਾ ਇਹੀ ਹੋਈ ਹੈ ਕਿ ਐਡਮ ਸਮਿਥ ਕਹਿੰਦੇ ਨੇ ਕਿ ਪ੍ਰਾਈਵੇਟ ਪ੍ਰਾਪਰਟੀ ਹੋਣੀ ਚਾਹੀਦੀ ਹੈ, ਕਾਰਲ ਮਾਰਕਸ ਕਹਿੰਦੇ ਨੇ ਕਿ ਗਵਰਨਮੈਂਟ ਦੀ ਪ੍ਰਾਪਰਟੀ ਹੋਣੀ ਚਾਹੀਦੀ ਹੈ, ਸਟੇਟ ਗਵਰਨਮੈਂਟ ਦੀ ਹੋਣੀ ਚਾਹੀਦੀ ਹੈ, ਸਭ ਕੁਝ ਸਟੇਟ ਦੇ ਅੰਡਰ ਹੋਣਾ ਚਾਹੀਦਾ ਹੈ, ਪ੍ਰਾਈਵੇਟ ਪ੍ਰਾਪਰਟੀ ਨਹੀਂ ਹੋਣੀ ਚਾਹੀਦੀ। ਪਰ ਮੂਲ ਰੂਪ ਦੇ ਵਿੱਚ ਇੱਕੋ ਹੀ ਗੱਲ ਹੈ। ਜਿੱਥੇ ਐਡਮ ਸਮਿਥ ਗੱਲ ਕਰਦੇ ਨੇ ਕਿ ਇੱਕ ਇਨਵਿਜ਼ੀਬਲ ਹੈਂਡ ਹੁੰਦਾ, ਇੱਕ ਛੁਪਿਆ ਹੋਇਆ ਹੱਥ ਹੁੰਦਾ ਕੁਦਰਤ ਦਾ, ਉਹ ਕੰਮ ਕਰਦਾ ਸਾਰੀ ਮਾਰਕੀਟ ਫੋਰਸ ਨੂੰ ਚਲਾਉਣ ਦੇ ਵਿੱਚ। ਉਹਦੇ 'ਚ ਕੰਪੈਸ਼ਨ ਆਉਂਦਾ, ਉਹਦੇ 'ਚ ਮੋਰੈਲਿਟੀ ਹੁੰਦੀ ਹੈ, ਤੁਹਾਡੇ ਸੰਸਕਾਰ, ਤੁਹਾਡੇ ਅੱਛੇ ਗੁਣ। ਔਰ ਰੀਅਲ ਗੋਲਡ ਜਿਹੜਾ ਹੈ ਉਹ ਜਿਹੜੀ ਰੀਅਲ ਪ੍ਰਾਪਰਟੀ ਉਹ ਗੋਲਡ ਨਹੀਂ ਹੈ, ਬਲਕਿ ਰੀਅਲ ਗੋਲਡ ਹੁੰਦੇ ਨੇ ਜਿਹੜੇ ਲੋਕ ਨੇ, ਲੋਕਾਂ ਦਾ ਹੁਨਰ ਹੈ। ਉਸ ਹੁਨਰ ਦਾ ਇਸਤੇਮਾਲ ਕਰੋ, ਯਾਨੀ ਕਿ ਇੰਪਲੋਇਮੈਂਟ ਜਨਰੇਟ ਕਰੋ, ਤਾਂ ਤੁਹਾਡਾ ਦੇਸ਼ ਅਮੀਰ ਹੋ ਸਕਦਾ ਹੈ। ਉਸੇ ਤਰ੍ਹਾਂ ਹੀ ਕਾਰਲ ਮਾਰਕਸ ਵੀ ਇਹੀ ਗੱਲ ਕਹਿੰਦੇ ਨੇ ਕਿ ਜੋ ਨੈਚੁਰਲ ਟੈਲੈਂਟ ਹੈ ਉਹਦਾ ਇਸਤੇਮਾਲ ਕਰੋ, ਔਰ ਸਭ ਕੁਝ ਸਰਕਾਰ ਵਾਸਤੇ ਕਰੋ, ਸਭ ਕੁਝ ਦੇਸ਼ ਵਾਸਤੇ ਕਰੋ, ਔਰ ਦੇਸ਼ ਕੋਲੋਂ ਓਨਾ ਹੀ ਲਵੋ ਜਿੰਨੀ ਤੁਹਾਨੂੰ ਲੋੜ ਹੈ। ਦੋਵੇਂ ਚੀਜ਼ਾਂ ਤਕਰੀਬਨ ਸੇਮ ਨੇ। ਔਰ ਇੱਕ ਗੱਲ ਜੋ ਬੇਸਿਕ ਹੈ ਦੋਵਾਂ ਦੀ ਬਾਟਮ ਲਾਈਨ, ਨੋਬਡੀ ਕੈਨ ਐਕਸਪਲੋਇਟ ਯੂ ਅੰਟਿਲ ਯੂ ਆਰ ਰੈਡੀ ਟੂ ਬੀ ਐਕਸਪਲੋਇਟਡ। ਕੋਈ ਤੁਹਾਡਾ ਸ਼ੋਸ਼ਣ ਨਹੀਂ ਕਰ ਸਕਦਾ ਜੇਕਰ ਤੁਸੀਂ ਖੁਦ ਆਪਣਾ ਸ਼ੋਸ਼ਣ ਕਰਵਾਉਣ ਵਾਸਤੇ ਤਿਆਰ ਨਹੀਂ ਹੋ। ਇਸ ਕਰਕੇ ਤੁਹਾਨੂੰ ਇਕੱਠਾ ਹੋ ਜਾਣਾ ਚਾਹੀਦਾ ਹੈ। ਜਿਹੜੇ ਤੁਹਾਨੂੰ ਲੁੱਟਦੇ ਨੇ ਉਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਉਹਨਾਂ ਦੇ ਖਿਲਾਫ, ਔਰ ਉਹ ਮਿਡਲ ਕਲਾਸ ਬਚਦੀ ਹੈ ਜਿਹਨੂੰ ਇਕੱਠਾ ਹੋਣਾ ਚਾਹੀਦਾ ਇਹ ਜੋ ਉਹਨਾਂ ਨੂੰ ਲੁੱਟਦੇ ਪਏ ਨੇ ਉਹਨਾਂ ਦੇ ਖਿਲਾਫ। ਪਰ ਇਹ ਮਿਡਲ ਕਲਾਸ ਇਕੱਠੀ ਨਹੀਂ ਹੋਏਗੀ ਬਈ ਅਸੀਂ ਤਾਂ 2 ਰੋਟੀਆਂ ਖਾਣੀਆਂ ਨੇ, ਬੱਚੇ ਪਾਲਣੇ ਨੇ, ਅਸੀਂ ਕੀ ਕਰਨਾ ਇਕੱਠੇ ਹੋ ਕੇ। ਕਾਰਲ ਮਾਰਕਸ ਕਹਿੰਦਾ ਇਸੇ ਕਰਕੇ ਪਰਿਵਰਤਨ ਨਹੀਂ ਆਉਣਗੇ ਕਿਉਂਕਿ ਮਿਡਲ ਕਲਾਸ ਇਕੱਠੀ ਨਹੀਂ ਹੁੰਦੀ। ਔਰ ਐਡਮ ਸਮਿਥ ਵੀ ਇਸੇ ਗੱਲ ਨੂੰ ਕਹਿੰਦੇ ਨੇ ਕਿ ਤੁਸੀਂ ਇਕੱਠੇ ਨਹੀਂ ਹੁੰਦੇ, ਇਸ ਕਰਕੇ ਤੁਸੀਂ ਐਕਸਪਲੋਇਟ ਹੁੰਦੇ ਹੋ। ਸੋ ਇਕੱਠਾ ਕਿਵੇਂ ਹੋਇਆ ਜਾਏ? ਦੇਖਣ ਨੂੰ ਇਹ ਤੁਹਾਡੀ ਗੱਲ ਬਿਲਕੁਲ ਠੀਕ ਲੱਗਦੀ ਹੈ ਪਹਿਲੀ ਸਤ੍ਹਾ ਦੇ ਉੱਤੇ ਤਾਂ। ਪਰ ਜਿਹੜਾ ਐਡਮ ਸਮਿਥ ਦਾ ਹੈ ਉਸ ਤੋਂ ਬਾਅਦ ਜਿਹੜੇ ਗ੍ਰੇਟ ਡਿਪਰੈਸ਼ਨ ਨੂੰ ਕੰਟਰੋਲ ਕਰਨ ਵਾਸਤੇ ਕੇਂਦਰੀਅਨ ਇਕਨੋਮਿਕਸ ਆਈ, ਅਸੀਂ ਤਾਂ ਉਹ ਵੀ ਲਾਗੂ ਨਹੀਂ ਕਰੇ। ਪਹਿਲੀ ਗੱਲ ਅਸੀਂ ਮੰਨ ਕੇ ਚੱਲੀਏ ਕਿ ਅਸੀਂ ਨਾ ਐਡਮ ਸਮਿਥ ਨੂੰ ਲਾਗੂ ਕਰ ਰਹੇ ਹਾਂ, ਨਾ ਕੇਂਦਰੀਅਨ ਸੋਲਿਊਸ਼ਨ ਨੂੰ। ਕੇਂਦਰੀ ਕੋਈ ਇਕਨੋਮਿਕਸ ਨਹੀਂ ਹੈ, ਉਹ ਤਾਂ ਇੱਕ ਸੋਲਿਊਸ਼ਨ ਹੈ, ਹੱਲ ਹੈ। ਵੀ ਜਦ ਡਿਪਰੈਸ਼ਨ ਹੋ ਜੇ, ਜਦ ਮੰਦੀ ਹੋ ਜੇ, ਉਦੋਂ ਕਿਵੇਂ ਹੱਲ ਕਰਨਾ ਹੈ। ਉਹਦੇ ਵਿੱਚ ਤੁਸੀਂ ਸੁਣੀ ਹੋਣੀ ਆ ਮੋਟੀ ਗੱਲ, ਵਿਦਵਾਨ ਹੋ ਤੁਸੀਂ, ਕਿ ਬਈ ਲੋਕਾਂ ਨੂੰ ਲਾ ਦਿਓ ਟੋਏ ਪੱਟਣ ਇੱਕ ਲਾਈਨ ਨੂੰ, ਉਹ ਪਿੱਛੇ ਇੱਕ ਹੋਰ ਨੂੰ ਲਾ ਦਿਓ ਉਹਨੂੰ ਟੋਏ ਭਰਨ ਵਾਸਤੇ, ਤਾਂ ਕਿ ਉਹਨਾਂ ਨੂੰ ਰੁਜ਼ਗਾਰ ਮਿਲ ਜੇ। ਉਹ ਮੁਫਤ ਨਹੀਂ ਪੈਸਾ ਦੇਣਾ, ਰੁਜ਼ਗਾਰ ਮਿਲ ਜੇ, ਉਹਦੇ ਨਾਲ ਉਹ ਅਰਥਚਾਰਾ ਹਿੱਲ ਸਕਦਾ ਹੈ। ਸਾਡੇ ਤਾਂ ਜਿਹੜਾ ਰੁਜ਼ਗਾਰ ਸੱਚੀ ਮੁੱਚੀ ਇਕੱਲੇ ਟੋਏ ਪੱਟ ਕੇ ਬੰਦ ਕਰਨ ਦੀ ਗੱਲ ਨਹੀਂ, ਸੱਚੀ ਮੁੱਚੀ ਪੇੜ ਲਗਾਏ ਜਾ ਸਕਦੇ ਨੇ, ਸੱਚੀ ਮੁੱਚੀ ਗਲੀਆਂ ਨਾਲੀਆਂ ਬਣਾਈਆਂ ਨੇ, ਸੱਚੀ ਮੁੱਚੀ ਬੱਚਿਆਂ ਨੂੰ ਪੜ੍ਹਾਇਆ ਜਾ ਸਕਦਾ ਹੈ, ਸੱਚੀ ਮੁੱਚੀ ਸਿਹਤ ਦਿੱਤੀ ਜਾ ਸਕਦੀ ਹੈ, ਚੰਗੇ ਵਾਹਨ ਦਿੱਤੇ ਜਾ ਸਕਦੇ ਨੇ। ਸਾਡੇ ਤਾਂ ਜਿਹੜਾ ਅਸਲੀ ਕੰਮ ਕਰਨਾ ਹੈ ਉਹ ਗ੍ਰੇਟ ਡਿਪਰੈਸ਼ਨ ਵਾਸਤੇ ਘਟਾਓ ਨਹੀਂ ਹੋਇਆ। ਹੁਣ ਐਡਮ ਸਮਿਥ ਦਾ ਜਿਹੜਾ ਵਿਚਾਰ ਹੈ ਉਹਦੇ ਵਿੱਚ ਇੱਕ ਗੱਲ ਦੋਹਾਂ 'ਚ ਦੇਖਣ ਨੂੰ ਇੱਕੋ ਜਿਹਾ ਲੱਗਦਾ ਹੈ ਵੀ ਮਿਡਲ ਕਲਾਸ ਖੜੀ ਹੋਏ, ਇਹ ਠੀਕ ਹੈ, ਏਕੇ ਤੋਂ ਬਿਨਾਂ ਕੁਝ ਨਹੀਂ ਮਿਲਦਾ। ਬਿਨਾਂ ਰੋਏ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ। ਬਾਕੀ ਉਂਗਲ ਇੱਕ ਤਾਂ ਕੋਈ ਵਜਨ ਨਹੀਂ ਚੁੱਕ ਸਕਦੀ, ਪਰ ਜੇ ਹੱਥ ਇਕੱਠਾ ਹੋ ਜਾਂਦਾ ਹੈ ਤੇ ਫਿਰ ਪੰਸੇਰੀ ਨੂੰ 20 ਕਿਲੋ ਨੂੰ ਵੀ ਚੁੱਕ ਲੈਂਦਾ। ਇਦਾਂ ਹੀ ਮੁੱਕਾ ਬਣ ਜਾਂਦਾ ਇਕੱਠਾ ਹੋ ਕੇ, ਨਹੀਂ ਤਾਂ ਉਂਗਲ ਤਾਂ ਟੁੱਟੀ ਜਾਊ ਕਿਸੇ ਦੇ ਮਾਰਾਂਗੇ। ਯੂਨਿਟੀ ਹੋਣੀ ਚਾਹੀਦੀ ਹੈ। ਇਹ ਬਿਲਕੁਲ ਠੀਕ ਹੈ, ਯੂਨਿਟੀ ਦੀ ਗੱਲ ਤੁਹਾਡੀ। ਪਰ ਜਿਹੜੀ ਐਡਮ ਸਮਿਥ ਵਾਲੀ ਇਕਨੋਮਿਕਸ ਹੈ, ਉਹ ਇਕਨੋਮਿਕਸ ਬੰਦੇ ਵੀ ਬੰਦਾ ਬੇਸਿਕਲੀ ਚੰਗਾ ਹੁੰਦਾ ਹੈ, ਇਸ ਗੱਲ ਦੇ ਉੱਤੇ ਨਿਰਭਰ ਕਰਦੀ ਹੈ। ਬੰਦਾ ਜਿਹੜਾ ਨੈਤਿਕ ਹੁੰਦਾ ਹੈ, ਇਸ ਗੱਲ ਦੇ ਉੱਤੇ ਖੜੀ ਹੈ ਉਹ। ਜਦ ਕਿ ਜਿਹੜਾ ਇਹ ਸਰਮਾਏਦਾਰੀ ਸਮਾਜ ਹੈ, ਇਹਦੇ ਇਹ ਹਾਈ ਨੈਤਿਕਤਾ ਤੋਂ ਬਿਨਾਂ, ਇਹਦੇ 'ਚ ਨੈਤਿਕਤਾ ਹੁੰਦੀ ਹੋਈ ਨਹੀਂ। ਕਿਉਂ ਨਹੀਂ ਹੁੰਦੀ? ਕਿਉਂਕਿ ਇਹ ਜਿਹੜਾ ਸਮਾਜ ਹੈ ਮੁਨਾਫੇ 'ਤੇ ਆਧਾਰਿਤ ਹੈ। ਇੱਥੇ ਜਿੰਨੀ ਵੀ ਕੋਈ ਪ੍ਰੋਡਕਸ਼ਨ ਹੋ ਰਹੀ ਹੈ, ਜਿਹੜਾ ਜਾਗੀਰਦਾਰੀ ਸਮਾਜ ਸੀ ਉਹਦੇ 'ਚ ਪੈਦਾਵਾਰ ਹੁੰਦੀ ਸੀ ਜਾਂ ਤਾਂ ਐਸ਼ਪ੍ਰਸਤੀ ਵਾਸਤੇ ਜਾਂ ਵਰਤੋਂ ਵਾਸਤੇ, ਮੁਨਾਫੇ ਵਾਸਤੇ ਨਹੀਂ ਹੁੰਦੀ ਸੀ। ਮੁਨਾਫਾ ਤਾਂ ਐਵੇਂ ਬਾਈ ਪ੍ਰੋਡਕਟ ਸੀ ਉਹਦੀ। ਅੱਜ ਜਿਹੜਾ ਸਰਮਾਏਦਾਰੀ ਯੁੱਗ ਹੈ, ਜਿਹਦਾ ਹੁਣ ਕਾਰਪੋਰੇਟ ਰੂਪ ਆ ਗਿਆ ਹੈ, ਉਹਦੇ 'ਚ ਪ੍ਰੋਡਕਸ਼ਨ ਸਿਰਫ ਮੁਨਾਫੇ ਵਾਸਤੇ ਹੋ ਰਹੀ ਹੈ। ਉਹ 'ਚੋਂ ਗੱਲ ਵੱਖਰੀ ਹੈ ਕਿ ਜਦੋਂ ਮੁਨਾਫੇ ਵਾਸਤੇ ਹੋ ਰਹੀ ਹੈ, ਕੁਛ ਨੂੰ ਕੋਈ ਸਮਾਨ ਵੀ ਮਿਲ ਜੇਗਾ, ਸ਼ਾਇਦ ਉਹ ਸਸਤਾ ਵੀ ਮਿਲ ਜੇ, ਕੁਛ ਨੂੰ ਰੁਜ਼ਗਾਰ ਵੀ ਮਿਲ ਜੇਗਾ, ਕੁਛ ਦਾ ਕੱਚਾ ਮਾਲ ਵੀ ਵਿਕ ਜੇਗਾ, ਉਹ ਗੱਲ ਵੱਖਰੀ ਹੈ। ਪਰ ਮੁਨਾਫੇ ਵਾਸਤੇ ਹੋ ਰਹੀ ਹੈ। ਕਿਉਂਕਿ ਮੁਨਾਫੇ ਵਾਸਤੇ ਹੋਣੀ ਹੈ, ਇਸ ਕਰਕੇ ਪਹਿਲਾਂ ਬੇਲੋੜੀਆਂ ਚੀਜ਼ਾਂ ਪੈਦਾ ਕਰੀਆਂ ਜਾਣਗੀਆਂ, ਫਿਰ ਉਹਨਾਂ ਚੀਜ਼ਾਂ ਵਾਸਤੇ ਮੰਗ ਪੈਦਾ ਕਰੀ ਜਾਏਗੀ, ਫਿਰ ਉਹਨਾਂ ਚੀਜ਼ਾਂ ਨੂੰ ਵੇਚਣ ਵਾਸਤੇ ਧੋਖਾ ਕਰਿਆ ਜਾਏਗਾ, ਫਿਰ ਉਹਨਾਂ ਦੀ ਕੁਆਲਿਟੀ ਘਟਾਈ ਜਾਏਗੀ, ਫਿਰ ਉਹਨਾਂ ਦੀ ਕੁਆਂਟੀਟੀ ਘਟਾਈ ਜਾਏਗੀ, ਵਜਨ ਘਟਾਇਆ ਜਾਏਗਾ। ਆ ਹੁਣੀ ਜਦ ਭਾਰਤ ਸਰਕਾਰ ਨੇ GST ਲਾਤਾ ਦੁੱਧ ਦੀਆਂ ਵਸਤਾਂ ਦੇ ਉੱਤੇ ਵੀ, ਤਾਂ ਵੇਰਕਾ ਜਿਹੜੀ ਕਿ ਕੋਆਪਰੇਟਿਵ ਸੁਸਾਇਟੀ ਦੀ ਹੈ, ਉਹਨੇ ਕਿਲੋ ਵਾਲਾ ਦਹੀਂ ਦਾ ਪੈਕਟ 950 ਗ੍ਰਾਮ ਦਾ ਕਰਤਾ, ਜਿਹੜਾ 200 ਗ੍ਰਾਮ ਵਾਲਾ ਸੀ ਉਹ 180 ਗ੍ਰਾਮ ਦਾ ਕਰਤਾ। ਤੇ ਇਹ ਤਾਂ ਤੁਸੀਂ ਆਪੇ ਹਿਸਾਬ ਲਾ ਲਓ ਵੀ ਉਹਨੇ ਵਜਨ ਘਟਾਤਾ। ਕਹਿੰਦੇ ਦੇਖਣ ਨੂੰ ਲੱਗਦਾ ਵੀ ਪੈਸੇ ਹੋਣੇ ਨੇ, ਵਜਨ ਘਟਾਦਾ। ਦੁੱਧ ਦੇ ਵਿੱਚ ਵਜਨ ਨਹੀਂ ਘਟਾਤਾ, ਪੈਸੇ ਵਧਾਤੇ। ਠੀਕ ਹੋ ਗਿਆ। ਹੁਣ ਜਦ ਅਸੀਂ ਇਹ ਦੇਖਦੇ ਹਾਂ ਵੀ ਉਹ ਮੁਨਾਫੇ ਵਾਸਤੇ ਹੋਣੀ ਆ, ਤਾਂ ਉਹ ਬੇਲੋੜੀਆਂ ਵਸਤਾਂ ਪੈਦਾ ਹੋਣਗੀਆਂ।
ਇੱਕ ਪਾਸ ਫਿਰ ਮੁਨਾਫੇ ਤੋਂ ਬਿਨਾਂ ਵੇਚੀਆਂ ਨਹੀਂ ਜਾਣੀਆਂ, ਇਸ ਕਰਕੇ ਆਮ ਲੋਕਾਂ ਨੂੰ ਵਸਤਾਂ ਮਿਲਣੀਆਂ ਵੀ ਨਹੀਂ। ਫਿਰ ਜੇ ਉਹ ਜ਼ਹਿਰ ਵੇਚ ਕੇ ਮੁਨਾਫਾ ਹੁੰਦਾ, ਪਰ ਉਸ ਨੂੰ ਵੀ ਆ ਮਾੜੀ ਸ਼ਰਾਬ ਪੀ ਕੇ ਬੰਦੇ ਮਰ ਗਏ ਜੀ, ਆ ਨਸ਼ਿਆਂ ਦਾ ਵਪਾਰ ਚੱਲ ਹੀ ਇਸ ਕਰਕੇ ਰਿਹਾ ਕਿਉਂਕਿ ਮੁਨਾਫੇ ਤੇ ਆਧਾਰਿਤ ਹੈ ਐਡਮ ਸਮਿਥ ਵਾਲੀ ਜਿਹੜੀ ਇਕਨੋਮਿਕਸ ਹੈ। ਉਹ ਮੁਨਾਫਾ ਚਾਹੇ ਜਿਵੇਂ ਮਰਜੀ ਬੰਦਾ ਮਾਰ ਕੇ ਮਿਲਦਾ, ਗੁੰਡਾਗਰਦੀ, ਗੈਂਗਸਟਰਿਜ਼ਮ, ਉਹ ਇਸੇ ਗੱਲ ਚੋਂ ਮਿਲਦਾ ਮੋਟੇ ਤੌਰ ਤੇ। ਹੁਣ ਜਦ ਜੇ ਫਰਜ਼ ਕੋ ਚੀਜ਼ਾਂ ਲੋੜ ਵਾਸਤੇ ਪੈਦਾ ਹੁਣ, ਕੁਦਰਤ ਦਾ ਜਿਹੜਾ ਅਸੂਲ ਹੈ, ਆਪਾਂ ਕੁਦਰਤ ਦੇ ਅਸੂਲ ਤੇ ਜਾਈਏ, ਆਪਾਂ ਦੋਨੇ ਫਲਸਫਿਆਂ ਨੂੰ ਛੱਡੀਏ ਜੇ ਥੋੜੇ ਸਮੇਂ ਵਾਸਤੇ। ਕੁਦਰਤ ਦਾ ਅਸੂਲ ਇਹ ਹੈ, ਮੈਂ ਇੱਕ ਕਿਤਾਬ ਲਿਖ ਰਿਹਾ, ਓਰੀਜਨ ਆਫ ਯੂਨੀਵਰਸ ਐਂਡ ਡਿਵੈਲਪਮੈਂਟ ਆਫ ਮੈਨ। ਗੁੱਡ ਸਰ। ਉਹ ਕਾਫੀ ਮੈਂ ਸਟੱਡੀ ਕਰਨ ਦੀ ਕੋਸ਼ਿਸ਼ ਕਰੀ। ਕੁਦਰਤ ਦਾ ਅਸੂਲ ਇਹ ਕਹਿੰਦਾ ਹੈ ਵੀ ਇੱਕ ਤਾਂ ਕੁਦਰਤ ਕੋਈ ਵੀ ਚੀਜ਼ ਵਾਧੂ ਨਹੀਂ, ਹਰੇਕ ਦਾ ਰਿਜ਼ਕ ਆਪੇ ਹੀ ਬਣਿਆ ਹੋਇਆ ਹੈ, ਉਹਨੂੰ ਆਪੇ ਹੀ ਮਿਲਣਾ ਹੈ, ਉਹਨੇ ਉਸੇ ਤਰ੍ਹਾਂ ਨਾਲ ਪ੍ਰਸ਼ਾਰਤ ਕਰਨਾ ਹੈ। ਜੰਗਲਾਂ ਦੇ ਵਿੱਚ ਕੋਈ ਖਾਦ ਨਹੀਂ ਪਾਉਂਦਾ, ਕੋਈ ਪਾਣੀ ਨਹੀਂ ਪਾਉਂਦਾ, ਪਰ ਜੰਗਲ ਮਰਦੇ ਨਹੀਂ ਹੈਗੇ। ਜੰਗਲੀ ਜਾਨਵਰਾਂ ਨੂੰ ਵੀ ਕੋਈ ਮੀਟ ਨਹੀਂ ਖਿਲਾਉਂਦਾ, ਕੋਈ ਉੱਥੇ ਰੋਟੀ ਪਾਉਣ ਨਹੀਂ ਜਾਂਦਾ, ਉਹ ਵੀ ਜਿੰਦੇ ਰਹਿੰਦੇ ਨੇ। ਤੇ ਉੱਥੇ ਜਿਹੜੇ ਮਾਸਾਹਾਰੀ ਨੇ ਉਹ ਸ਼ਾਕਾਹਾਰੀ ਜਾਨਵਰਾਂ ਨੂੰ ਖਾਂਦੇ ਵੀ ਨੇ, ਪਰ ਨਾ ਸ਼ਾਕਾਹਾਰੀ ਉੱਥੇ ਖਤਮ ਹੁੰਦੇ ਨੇ ਤੇ ਨਾ ਮਾਸਾਹਾਰੀਆਂ ਦੀ ਗਿਣਤੀ ਬਹੁਤੀ ਜ਼ਿਆਦਾ ਇੰਨੀ ਵੱਧ ਜਾਂਦੀ ਹੈ ਕਿ ਉਹ ਇਹ ਧਰਤੀ ਵੱਲ ਨੂੰ ਆ ਜਾਣ। ਸੋ ਇਸ ਕਰਕੇ ਕੁਦਰਤ ਦਾ ਇੱਕ ਬੈਲੈਂਸ ਹੈ। ਕੁਦਰਤ ਸਪੇਸ ਦੀ ਬੜੀ ਵਧੀਆ ਯੂਟੀਲਾਈਜੇਸ਼ਨ ਕਰਦੀ ਹੈ। ਕੁਦਰਤ ਆਪਦੇ ਫੋਕਟ ਨੂੰ ਨਾਲ ਨਾਲ ਸੰਭਾਲਦੀ ਹੈ। ਹੁਣ ਆਪਾਂ ਕੀ ਕਰਦੇ ਹਾਂ, ਫਰਕ ਮਨੁੱਖ ਤੇ ਕੁਦਰਤ ਕੀ ਹੈ? ਅਸੀਂ ਫੋਕਟ ਪੈਦਾ ਕਰਦੇ ਹਾਂ, ਆ ਤੁਹਾਡੇ ਜਲੰਧਰ ਵਾਲਿਆਂ ਦਾ ਹਰਿਆਣਾ ਡੰਪ, ਫਲਾਣਾ ਡੰਪ, ਆ ਲੁਧਿਆਣੇ ਦਾ ਡੁਗਰੀ ਡੰਪ, ਉਹ ਅੰਮ੍ਰਿਤਸਰ ਵਾਲਿਆਂ ਦਾ ਉੱਥੇ ਕਿਹੜਾ ਡੰਪ ਹੈ, ਤੇ ਇਹਨਾਂ ਦਾ ਹੁਸ਼ਿਆਰਪੁਰ ਦੇ ਵਿੱਚ ਡੰਪ, ਆ ਡੱਡੂ ਮਾਜਰੇ ਚੰਡੀਗੜ੍ਹ ਦੇ ਵਿੱਚ ਡੰਪ, ਤੁਸੀਂ ਦਿੱਲੀ ਦੇ ਵਿੱਚ ਆਊਟਸਕਰਟ ਤੇ ਸੋਨੀਪਤ ਦੇ ਅੱਗੋਂ ਉੱਥੇ ਡੰਪ, ਅੱਡ ਅੱਡ ਢੇਰ ਲੱਗੇ ਹੋਏ ਨੇ, ਬਾਹਰ ਲੱਗੇ ਹੋਏ ਨੇ ਕੂੜੇ ਦੇ। ਇਹਦਾ ਮਤਲਬ ਅਸੀਂ ਬਹੁਤ ਜ਼ਿਆਦਾ ਕੂੜਾ ਕਰਕਟ ਪੈਦਾ ਕਰ ਰਹੇ ਹਾਂ ਜੀ। ਸਮੁੰਦਰ ਦੇ ਵਿੱਚ ਏਸ਼ੀਅਨ ਪੈਸੀਫਿਕ ਪੈਚ ਬਣਾਤਾ, ਅੱਡਾ ਵੱਡਾ ਸਮੁੰਦਰ ਭਰਤਾ, ਉਸ ਦੇ ਨਾਲ ਮੱਛੀਆਂ ਮਰਨੀਆਂ ਸ਼ੁਰੂ ਹੋ ਗਈਆਂ ਕਿਉਂਕਿ ਪਲਾਸਟਿਕ ਉਹਨਾਂ ਦੇ ਅੰਦਰ ਚਲਾ ਜਾਂਦਾ ਹੈ, ਜੀਵ ਮਰਨੇ ਸ਼ੁਰੂ ਹੋ ਗਏ। ਸੋ ਅਸੀਂ ਵੇਸਟ ਜ਼ਿਆਦਾ ਪੈਦਾ ਕਰਦੇ ਹਾਂ, ਅਸੀਂ ਉਹਦਾ ਰੀਯੂਜ਼ ਨਹੀਂ ਕਰਦੇ, ਸਾਨੂੰ ਕਰਨਾ ਹੀ ਨਹੀਂ ਆਉਂਦਾ। ਮੈਂ ਕੁਦਰਤ ਦੇ ਵਿੱਚ ਰੀਯੂਜ਼ ਦੀ ਇੱਕ ਉਦਾਹਰਨ ਦੇਵਾਂਗਾ ਮਨੁੱਖੀ ਸਰੀਰ ਤੋਂ। ਤੁਸੀਂ ਹੈਰਾਨ ਮੰਨੋਗੇ ਜੀ ਵੀ ਸਾਡਾ ਜਿਹੜਾ ਗੁਰਦਾ ਹੈ, ਉਹਦੇ 3-4 ਚੀਜ਼ਾਂ ਮੈਂ ਤੁਹਾਨੂੰ ਦੱਸਦਾ ਵੀ ਕਿਵੇਂ, ਜੋ ਸਮਾਜ ਜੇ ਹੋਣ ਤਾਂ ਕਿਵੇਂ ਠੀਕ ਹੋਣ। ਉਹਦੀਆਂ 13 ਲੱਖ ਪੌਣੀਆਂ ਨੇ ਇੱਕ ਗੁਰਦੇ 'ਚ ਜੀ। ਤੇ ਮਨੁੱਖ ਦੇ ਜੇ ਇੱਕ ਗੁਰਦਾ ਪੂਰਾ ਤੇ ਦੂਜੇ ਗੁਰਦੇ ਦੇ 3 ਹਿੱਸੇ ਵੀ ਖਰਾਬ ਹੋ ਜਾਣ ਤਾਂ ਵੀ ਮਨੁੱਖ ਜਿੰਦਾ ਰਹੇਗਾ, ਉਹਦਾ ਗੁਰਦਾ ਫੇਰ ਹੋਣ ਦੀ ਕੋਈ ਨਿਸ਼ਾਨੀ ਨਹੀਂ ਆਏਗੀ, ਇੰਨਾ ਰਿਜ਼ਰਵ ਹੈ। ਇਦੋਂ ਅੱਗੇ ਉਹ ਜੇ 13 ਲੱਖ ਪੌਣੀਆਂ ਨੇ, ਉਹ ਹਰੇਕ ਪੌਣੀ 7.5 ਸੈਂਟੀਮੀਟਰ ਜਾਂ 3 ਇੰਚ ਲੰਬੀ ਹੈ ਜੀ, ਯਾਨੀ ਕਿ 39 ਲੱਖ ਇੰਚ ਪੌਣੀਆਂ ਨੇ। ਜੇ 39 ਲੱਖ ਇੰਚ ਨੂੰ ਆਪਾਂ ਗਿਣੀਏ ਤਾਂ 1 ਲੱਖ ਮੀਟਰ ਹੋ ਗਈਆਂ। 39 ਇੰਚ ਦਾ 1 ਮੀਟਰ ਹੁੰਦਾ ਰਫਲੀ ਜੀ 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 ਜੀ। 1 ਲੱਖ ਮੀਟਰ ਪੌਣੀਆਂ ਪਤਾ ਕਿੰਨੀ ਥਾਂ ਤੇ ਨੇ? ਆ ਮੁੱਠੀ ਜਿੰਨੀ, ਮੁੱਠੀ ਨੀਚ ਲਓ ਬਸ ਉਨੀ ਥਾਂ 'ਚ ਨੇ। ਮਤਲਬ ਕੁਦਰਤ ਨੇ ਸਾਰਾ ਇੰਤਜ਼ਾਮ ਕੀਤਾ ਹੋਇਆ ਸਾਡਾ। ਉਹ ਪੌਣੀਆਂ ਦੇ ਵਿੱਚ 170 ਲੀਟਰ ਖੂਨ ਰੋਜ਼ ਪੁਣਿਆ ਜਾਂਦਾ ਹੈ। 170 ਉਹਨਾਂ ਪੁਣਿਆ ਤਾਂ ਜ਼ਿਆਦਾ ਜਾਂਦਾ ਹੈ, ਉਹਦੇ ਵਿੱਚੋਂ 170 ਲੀਟਰ ਥੱਲੇ ਸੁੱਟਿਆ ਜਾਂਦਾ ਪੁਣ ਕੇ, ਜਿਹਨੂੰ ਆਪਾਂ ਗਾਰ ਕਹਿੰਦੇ ਆ। ਉਹਦੇ ਵਿੱਚੋਂ 168.5 ਲੀਟਰ ਫੇਰ ਰੀਅਬਜ਼ਰਵ ਹੋ ਜਾਂਦਾ ਹੈ, ਫਿਰ ਸੁੱਕਤ ਕਰ ਲਿਆ ਜਾਂਦਾ ਅੰਦਰ ਹੀ। 2 ਲੀਟਰ ਪਿਸ਼ਾਬ ਆਉਂਦਾ ਹੈ। ਲੀਟਰ 1.5 ਲੀਟਰ ਹੀ ਆਉਂਦਾ ਪਿਸ਼ਾਬ ਬੰਦੇ ਨੂੰ 24 ਘੰਟੇ 'ਚ। ਸੋ ਇਹ ਜਿਹੜੀ ਕੁਦਰਤ ਦੀ ਸਕੀਮ ਹੈ ਕਿ ਥਾਂ ਵੀ ਕੱਟ ਕੇ ਰਹੋ, ਮੁੜ ਮੁੜ ਕੇ ਵਰਤੋ। ਫਿਰ ਜੇ ਗੁਰਦਾ ਪੂਣਾ ਸਰੀਰ ਦਾ ਕੰਮ ਕਰਨਾ ਬੰਦ ਕਰੇ ਵੀ ਮੈਂ ਨਹੀਂ ਬਾਕੀ ਖੂਨ ਪੁੰਦਾ, ਉਹ ਆਪਦਾ ਵੀ ਨਹੀਂ ਪੁਣੇਗਾ, ਆਪਦਾ ਵੀ ਨਹੀਂ ਪੁਣ ਸਕਦਾ, ਫਿਰ ਉਹ ਫਿਰ ਨਹੀਂ ਕਰ ਸਕਦਾ। ਸਾਡੀ ਸੋਸਾਇਟੀ ਜਿਹੜਾ ਮਰਜ਼ੀ ਹੜਤਾਲ ਕਰਦੇ, ਸਫਰ ਤਾਂ ਦੂਜਾ ਕਰਦਾ, ਡਾਕਟਰ ਹੜਤਾਲ ਕਰਦੇ, ਮਰੀਜ਼ ਨੂੰ ਨੁਕਸਾਨ ਹੁੰਦਾ। ਸੋ ਇਸ ਕਰਕੇ ਸਾਨੂੰ ਜਿਹੜਾ ਐਡਮ ਸਮਿਥ ਔਰ ਕਾਰਲ ਮਾਰਕਸ, ਉਹ ਵੀ ਆਪਾਂ ਪਹਿਲਾਂ ਐਂ ਸੋਚੀਏ ਵੀ ਕੁਦਰਤ ਪੱਖੀ ਵਿਕਾਸ ਦੀ ਲੋੜ ਹੈ। ਕੁਦਰਤ ਪੱਖੀ ਵਿਕਾਸ ਦਾ ਮਾਡਲ ਕੀ ਹੈ? ਕੁਦਰਤ ਪੱਖੀ ਵਿਕਾਸ ਦਾ ਮਾਡਲ ਇਹ ਹੈ ਕਿ ਅਸੀਂ ਚੀਜ਼ਾਂ ਲੋੜ ਵਾਸਤੇ ਪੈਦਾ ਕਰਨੀਆਂ ਨੇ, ਮਨੁੱਖੀ ਲੋੜਾਂ ਨੂੰ ਪੂਰਾ ਕਰਨ ਵਾਸਤੇ, ਜੀਵ ਜੰਤੂਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ। ਹਾਂ, ਉਹਦੇ ਵਿੱਚ ਵਪਾਰ ਵੀ ਹੋਏਗਾ, ਉਹਦੇ ਵਿੱਚੋਂ ਮੁਨਾਫਾ ਵੀ ਹੋਏਗਾ, ਉਹਦੇ ਵਿੱਚ ਲੋਕਾਂ ਨੂੰ ਉਸ ਮੁਨਾਫੇ ਕਰਕੇ ਰੁਜ਼ਗਾਰ ਵੀ ਮਿਲੇਗਾ, ਉਹ ਗੱਲ ਵੱਖਰੀ ਹੈ। ਪਰ ਚੀਜ਼ਾਂ ਦਾ ਮੂਲ ਜਿਹੜਾ ਮੰਤਵ ਹੈ ਸਾਡਾ, ਉਹ ਲੋੜ ਵਾਸਤੇ ਪੈਦਾ ਕਰਨੀਆਂ ਨੇ। ਜਿੱਦੇ ਅਸੀਂ ਇਹ ਰਸਤਾ ਬਦਲਤਾ, ਉਹਦੇ ਅਸੀਂ ਠੀਕ ਰਹਾਂਗੇ। ਦੂਜਾ ਸਾਡੇ ਵਾਸਤੇ ਲੋੜ ਕੀ ਹੋ ਜਾਂਦੀ ਹੈ ਕਿ ਜਦ ਅਸੀਂ ਕਹਿੰਦੇ ਹਾਂ ਵੀ ਹਰੇਕ ਨੂੰ ਮਿਲਣਾ ਚਾਹੀਦਾ। ਹੁਣ ਕੁਦਰਤ ਦੇ ਵਿੱਚ ਇੱਕ ਹੋਰ ਉਦਾਹਰਨ ਦਿੰਦਾ ਮੈਂ, ਜਿਵੇਂ ਹਰੇ ਪੱਤੇ ਨੇ, ਹਰੇ ਪੱਤੇ ਆਪਣੇ ਭੋਜਨ ਆਪੇ ਬਣਾਉਂਦੇ ਨੇ, ਯਾਨੀ ਕਿ ਉਹਨਾਂ ਦੇ ਅੰਦਰ ਏਡੀ ਵੱਡੀ ਟੈਕਨੋਲੋਜੀ ਹੈ। ਆਪਣੇ ਤਾਂ ਜਿਹੜਾ ਇੱਥੇ ਨੰਗਲ ਫਰਟੀਲਾਈਜ਼ਰ ਲਾਇਆ, ਉਹ ਹਵਾ ਚੋਂ ਨਾਈਟ੍ਰੋਜਨ ਤੋੜ ਕੇ ਅਮੋਨੀਆ ਬਣਾਉਂਦਾ, ਡਾਈ ਅਮੋਨੀਆ ਤੇ ਯੂਰੀਆ।
ਜੀ 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 ਉੱਥੇ ਇੰਨੀ ਦੂਰ ਦੂਰ ਤੱਕ ਬੋ ਮਾਰਦੀ ਹੈ ਔਰ ਇੰਨਾ ਉਹ 'ਤੇ ਖਰਚਾ ਹੋ ਰਿਹਾ ਹੈ ਤੇ ਐਡਾ ਵੱਡਾ ਪਲਾਂਟ ਹੈ। ਇਹੀ ਹਵਾ ਚੋਂ ਆਕਸੀਜਨ, ਨਾਈਟ੍ਰੋਜਨ, ਕਾਰਬਨ ਡਾਈਆਕਸਾਈਡ ਲੈ ਕੇ ਪੌਦੇ ਆਪਦਾ ਭੋਜਨ ਬਣਾਉਂਦੇ ਨੇ। ਆਪੇ ਹਿਸਾਬ ਲਾ ਲਓ ਕਹੀ ਜਿਹੀ ਟੈਕਨੋਲੋਜੀ ਹੋ ਉਹਨਾਂ ਕੋਲੇ। ਔਰ ਕੁਦਰਤੀ ਰੋਸ਼ਨੀ ਨੂੰ ਵਰਤਦੇ ਨੇ ਊਰਜਾ ਦੇ ਤੌਰ ਤੇ। ਆਪਾਂ ਤਾਂ ਉੱਥੇ ਬਿਜਲੀ ਨਾਲ ਯੂਜ਼ ਕਰਦੇ ਆ ਨਾ ਐਨਐਫ ਜੀ ਤਾਂ, ਜੀ ਤੇ ਇੱਥੇ ਕੁਦਰਤੀ ਰੋਸ਼ਨੀ ਯੂਜ਼ ਕਰਦਾ ਉਹ। ਤੇ ਇਹਦੇ ਵਿੱਚ ਜਿਹੜੀ ਉਹ ਟੈਕਨੀਕ ਹੈ, ਪਰ ਉਹ ਅੱਕ ਦੇ ਪੱਤੇ ਕੋਲ ਵੀ ਉਹੀ ਹੈ, ਅੰਬ ਦੇ ਪੱਤੇ ਕੋਲ ਵੀ ਉਹੀ ਹੈ, ਉਹ ਬੜੇ ਬੋਹੜ ਦੇ ਦਰਖਤ ਕੋਲ ਵੀ ਉਹੀ ਹੈ, ਬਨੀਅਨ ਟਰੀ ਕੋਲ ਵੀ, ਓਕ ਟਰੀ ਕੋਲ ਵੀ ਉਹੀ ਹੈ, ਔਰ ਉਹ ਛੋਟਾ ਜਿਹਾ ਘਾਹ ਹੈ ਜਿਹੜਾ ਜਿਹਾ ਕਾਈ ਹੈ ਉਹਦੇ ਕੋਲ ਵੀ ਉਹੀ ਹੈ, ਹਰੀ ਕਾਈ ਕੋਲ। ਸੋ ਇਹਦਾ ਮਤਲਬ ਟੈਕਨੋਲੋਜੀ ਕਿਸੇ ਤੋਂ ਮੰਗਣੀ ਨਹੀਂ ਪੈਂਦੀ, ਕਿਸੇ ਦੇ ਹਾੜੇ ਨਹੀਂ ਕੱਢਣੇ ਪੈਂਦੇ, ਉਹਦੇ ਵਾਸਤੇ ਕੋਈ ਪੈਸੇ ਦੀ ਲੋੜ ਨਹੀਂ ਹੈ। ਸੋ ਅਸੀਂ ਟੈਕਨੋਲੋਜੀ ਇੰਨੀ ਆਏ ਨਹੀਂ ਹੈ ਕਿ ਅਸੀਂ ਟੈਕਨੋਲੋਜੀ ਦੇ ਵਿਰੋਧੀ ਹਾਂ ਜਾਂ ਟੈਕਨੋਲੋਜੀ ਪੈਦਾ ਕਰੋ, ਟੈਕਨੋਲੋਜੀ ਨਾਲ ਐਡਵਾਂਸ ਕਰੋ, ਅੱਗੇ ਜਾਓ, ਪਰ ਉਹ ਟੈਕਨੋਲੋਜੀ ਹਰੇਕ ਨੂੰ ਉਪਲਬਧ ਕਰਾਓ ਤਾਂ ਕਿ ਸੋਸਾਇਟੀ ਜਿਹੜੀ ਸਾਡੀ ਹੈ ਐਗੈਲੀਟੇਰੀਅਨ ਜਿਹਨੂੰ ਅਸੀਂ ਕਹਿੰਦੇ ਹਾਂ, ਤਕਰੀਬਨ ਬਰਾਬਰਤਾ ਵਾਲਾ ਜੀ ਗਰਗ ਸਮਾਜ ਸਰ ਹੈ ਜਿਹੜਾ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ, ਗੁਰੂ ਸਾਹਿਬ ਨੇ ਕਿਹਾ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਸਭੇ ਸਾਂਝੀ ਬਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ, ਜਿਹ 'ਚ ਸਾਰੇ ਸਾਂਝੀ ਬਾਲ ਹੋਣ। ਜੀ ਗਰਗ ਸਰ, ਮੈਂ ਤੁਹਾਡੇ ਇਹਨਾਂ ਵਿਚਾਰਾਂ ਤੋਂ ਬਿਲਕੁਲ ਆਪਣੇ ਦਰਸ਼ਕਾਂ ਨੂੰ ਦੇਖ ਰਿਹਾ ਕਿ ਬਿਲਕੁਲ ਸੈਟੀਸਫਾਈ ਨੇ ਕਿ ਕਿੱਦਾਂ ਸਾਨੂੰ ਕੁਦਰਤੀ ਵਰਤਾਰੇ ਦੇ ਮੁਤਾਬਿਕ ਹੀ ਚੱਲਣਾ ਚਾਹੀਦਾ, ਤਾਂ ਹੀ ਸਭ ਦਾ ਜੀਵਨ ਸੁਖਾਲਾ ਹੋ ਸਕਦਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਜੋ ਇਹ ਸਾਰੀ ਖੋਜ ਆਪਣੇ ਨਾਲ ਸਾਂਝੀ ਕੀਤੀ, ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ, ਔਰ ਅਸੀਂ ਇਹ ਤੁਹਾਨੂੰ ਸ਼ੁਭ ਇੱਛਾਵਾਂ ਦਿੰਦੇ ਹਾਂ ਕਿ ਤੁਸੀਂ ਜਲਦੀ ਤੋਂ ਜਲਦੀ ਆਪਣੀ ਕਿਤਾਬ ਪੂਰੀ ਕਰੋ ਤੇ ਫਿਰ ਅਸੀਂ ਵੀ ਉਹਨੂੰ ਪੜ੍ਹੀਏ, ਅਸੀਂ ਵੀ ਸਿੱਖੀਏ ਤੇ ਸੇਧ ਲਈਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗਰਗ ਸਰ। ਸ਼ੁਕਰੀਆ ਜੀ, ਬਹੁਤ 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 ਸ਼ੁਕਰੀਆ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਤੁਸੀਂ ਵੀ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ।